वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। किछ रूप नहीं किछ जात नहीं किछ ढंग ना मेरा। क्या मूलै बोले गुण बिहू नाम जपया ना तेरा। हम पापी संग गुर उबरे पुन सत गुर केरा। बाणी गुरु गुरु है वाणी विच बाणी अमृत सारे। गुरबाणी कहे सेवक जन माने परतख गुरु निस्तारे। वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जिन्हां दी अपार बख्शिश हुई है, मिल बैठ के सतगुरां दी उस्तत विच जुड़न दा सुभाग समा मिलिया है। अज भागां वाला दिहाड़ा है। साहिब श्री गुरु ग्रंथ साहिब महाराज जी दा पहला प्रकाश दिवस है। सारियां संगतां नूं लख लख वधाइयां होण। खास तौर ते श्री गुरु ग्रंथ साहिब महाराज आप जियां नूं बहुत बहुत वधाइयां, जो आप मनुखता दे रहबर हो, जो मनुखता दे भले वास्ते दिन रात जेड़ा भी आप जी नूं सरवण करदा है पढ़दा है उसदा पार उतारा करन वास्ते सदा ही मेहर भरिया आप शब्द राही असीस बख्शदे हो। तो अज दे इस खास दिहाड़े ते अच्छी गल ते यही है सी अज गुरां दी गल करिए श्री गुरु ग्रंथ साहिब महाराज दी। तुसी ये दिहाड़ा हर साल असी मनाईदा, महाराज आप मनवांदे ने। असी इसनूं साहिब श्री गुरु ग्रंथ साहिब महाराज जी दा पहला प्रकाश दिवस कहीदा। और तुहाडे जहन विच भी यह सवाल होएगा कि यह पहला प्रकाश क्यों किया जाता है, इसका मतलब दूजा भी होएगा। लेकिन असी कई बारी शर्म भी कर जाने हैं कि ये सवाल पूछांगे तो पता नहीं की गल होएगी। गुरां दे असी गुरपुरब मनाने हाँ, गुरता दिवस बनाने हाँ, ज्योति जोत समान दे भी दिहाड़े मनाई देने, गुरां दे भी प्रकाश दिहाड़ा मनाई देने। गुरु नानक पातशाह दा, धन गुरु रामदास पातशाह, सारे गुरां दे, पर किसी दे अगे पहला प्रकाश नहीं लग्या। ध्यान देना, श्री गुरु ग्रंथ साहिब महाराज दे इस दिहाड़े ते असी पहला प्रकाश दिहाड़ा क्यों कहने हैं? असी इस नूं आधार बना के अज दे विचार नूं मैं सांझ महाराज की कृपा द्वारा करना चाहुंदा। जे समझ आ जाती है तो दिहाड़ा मनाउण दा होर ही आनंद आउंदा है। कोई बाहरलो ही साडा पुछ ले बई पहला प्रकाश ते कोई दूजा तीजा भी है, उस वेले मैं समझना
ਸਾਡੇ ਕੋਲ ਕੋਈ ਆਨਸਰ ਨਹੀਂ ਹੋਏਗਾ। ਜੇ ਹੋਏਗਾ ਤੇ ਆਪ ਜੀ ਪ੍ਰੋਗਰਾਮ ਤੋਂ ਬਾਅਦ ਦੱਸ ਸਕਦੇ। ਕਿਉਂਕਿ ਅੱਜ ਦੇ ਦਿਹਾੜੇ ਉਸ ਪਾਵਨ ਪਵਿੱਤਰ ਧਰਤੀ ਜਿਹੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਡਿਠੇ ਸਭੇ ਥਾਵ, ਨਹੀਂ ਤੁਧ ਜਿਹਾ ਬਦੋਸ ਪੁਰਖ ਵਿਦਾਤਾ ਤਹਾਂ ਤੂੰ ਸੋਇਆ, ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉਸ ਸਥਾਨ ਦੀ ਜਿਹੜੀ ਨੀਂਹ ਰੱਖੀ, ਜਿਸ ਦੀ ਇਮਾਰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਈ, ਜਿਸ ਨੂੰ ਸੰਪੂਰਨ ਹਰਿਮੰਦਰ ਸਾਹਿਬ ਦੇ ਨਾਮ ਤੋਂ ਅਸੀਂ ਪੁਕਾਰਦੇ ਹਾਂ। ਹਰ ਬੰਦਰ ਹਰ ਸ਼ਰੀਰ ਹੈ। ਇਸ ਦਿਨ ਸਨ 1604 ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਜ ਦੇ ਦਿਹਾੜੇ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਕੀਤਾ ਹੈ। ਜਾਣੂ ਹੋ ਆਪ। ਔਰ ਇਹ ਪ੍ਰਕਾਸ਼, ਇੱਕ ਗੱਲ ਯਾਦ ਰੱਖੋ, ਪਹਿਲਾ ਪ੍ਰਕਾਸ਼ ਤਾਂ ਕਿਹਾ ਹੈ ਕਿਉਂਕਿ ਇਸ ਨੂੰ ਹਲੇ ਗੁਰਤਾ ਗੱਦੀ ਨਹੀਂ ਮਿਲੀ। ਗੁਰੂ ਸਾਹਿਬ ਆਪ ਦੇਹ ਦੇ ਵਿੱਚ ਬਿਰਾਜਮਾਨ ਸਨ। ਹਾਲਾਂਕਿ ਜਿਹੜਾ ਸਾਡੇ ਗੁਰੂਆਂ ਦਾ ਗੁਰੂ ਹੈ, ਉਹ ਸ਼ਬਦ ਗੁਰੂ ਹੀ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਗੁਰੂ ਹੈ ਹੋਰ ਕੋਈ ਨਹੀਂ, ਉਹ ਸ਼ਬਦ ਗੁਰੂ ਹੈ। ਜਦੋਂ ਸਿੱਧਾ ਨੇ ਪੁੱਛਿਆ ਸੀ ਨਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਉਹ ਬਾਲਕ ਸਮਝਦੇ ਸਨ। ਆਪ ਵਡੇਰੀਆਂ ਉਮਰਾਂ ਦੇ ਸਨ, ਜਟਾਂ ਵਧਾਈਆਂ ਹੋਈਆਂ ਸਨ ਤੇ ਪਹਾੜਾਂ ਦੀ ਸੁਮੇਰ ਪਰਬਤ ਤੇ ਚੜ ਕੇ ਉਸ ਰੱਬ ਦੀ ਪ੍ਰਾਪਤੀ ਨੂੰ ਨਿਕਲੇ ਹੋਏ ਸਨ। ਰਿੱਧੀਆਂ ਸਿੱਧੀਆਂ ਦੇ ਮਾਲਕ ਬਣੇ ਹੋਏ ਸਨ। ਹੈਰਾਨ ਹੋ ਗਏ ਕਿ ਛੋਟੀ ਉਮਰ ਦਾ ਬਾਲਕ ਇੱਥੋਂ ਤੱਕ ਕਿਵੇਂ ਪਹੁੰਚ ਗਿਆ। ਤੇ ਉਹ ਸਾਰੀ ਸਿੱਧ ਗੋਸ਼ਟ ਹੁੰਦਾ ਹੈ ਵਿਚਾਰ। ਉਸ ਬਾਣੀ ਦੇ ਵਿੱਚ ਇਹ ਸਵਾਲ ਜਵਾਬ ਹੋਏ ਨੇ। ਦੇਖੋ, ਗੱਲ ਦੇ ਵਿੱਚੋਂ ਸਾਹਮਣੇ ਗੱਲ ਆਈ ਹੈ, ਸੱਜਣ ਠੱਗ ਸੀ ਨਾ, ਮਹਾਰਾਜ ਨੂੰ ਨਾ ਬਹੁਤਾ ਸਮਾਂ ਨਹੀਂ ਲੱਗਿਆ ਉਹਨੂੰ ਸੁਧਾਰਨ ਦੇ ਵਿੱਚ। ਕੋਡਾ ਰਾਕਸ਼ ਸੀ, ਉਹਨੂੰ ਸਮਾਂ ਨਹੀਂ ਲੱਗਿਆ ਮਹਾਰਾਜ ਨੂੰ। ਵਲੀ ਕੰਧਾਰੀ, ਹੋਰ ਅਨੇਕਾਂ ਹੀ ਤੁਹਾਨੂੰ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਦੇ ਭਾਵੇਂ ਉਜਲ ਕੇ ਹਾ ਚਿਲਕਣਾ ਘੋਟਮ ਕਾਲੜੀ ਮਸ, ਝੋਠਿਆਂ ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਹ ਕੋਈ ਬਚਨ ਸੁਣ ਕੇ ਸੱਜਣ ਠੱਗ ਤੋਂ ਸੱਜਣ ਸਾਧ ਬਣ ਗਿਆ। ਧਿਆਨ ਦੇਣਾ, ਬਹੁਤਾ ਸਮਾਂ ਨਹੀਂ ਲੱਗਿਆ, ਕੁਝ ਸਮੇਂ ਵਿੱਚ ਹੀ ਉਹ ਪਰਮਾਤਮਾ ਦੇ ਭਗਤ ਬਣ ਗਏ। ਜਿਹੜੇ ਠੱਗੀ ਮਾਰਦੇ ਸਨ, ਜਿਹੜੇ ਹੰਕਾਰ ਕਰਦੇ ਸਨ, ਜਾਂ ਹੋਰ ਦੁਨੀਆ ਦੇ ਮਾੜੇ ਕੰਮ ਕਰਦੇ ਸਨ। ਤੁਸੀਂ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧ ਗੋਸ਼ਟ ਬਾਣੀ ਸਭ ਤੋਂ ਲੰਬੀ ਬਾਣੀ। ਕਿਉਂ? ਜਿਹੜਾ ਬੰਦਾ ਜ਼ਿਆਦਾ ਗਿਆਨਵਾਨ ਹੋ ਜਾਏ ਨਾ, ਉਹ ਤਰਕ ਜ਼ਿਆਦਾ ਕਰਦਾ ਹੈ। ਉਹਦੀ ਸੋਚ ਹੈ ਨਾ, ਹੰਕਾਰੀ ਸੋਚ ਹੋ ਜਾਂਦੀ ਹੈ। ਉਹ ਫਿਰ ਤਰਕ ਕਰਦਾ ਹੈ। ਜਦੋਂ ਮਹਾਰਾਜ ਉਸ ਧਰਤੀ ਤੇ ਪਹੁੰਚੇ, ਬੜੇ ਸਵਾਲ ਮਹਾਰਾਜ ਦੇ ਅੱਗੇ ਰੱਖੇ ਤੇ ਮਹਾਰਾਜ ਨੂੰ ਵਾਹਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਬਹੁਤ ਸਮਾਂ ਲਾਇਆ। ਕਿਉਂਕਿ ਜਿਹੜਾ ਜ਼ਿਆਦਾ ਗਿਆਨੀ ਹੋ ਜਾਏ ਨਾ, ਬਾਬਾ ਨੰਦ ਸਿੰਘ ਜੀ ਕਹਿੰਦੇ ਸਨ, ਗਿਆਨੀ ਤੇ ਚੰਗਾ ਹੈ
पर अत दा ज्ञानी चंगा नहीं है, क्योंकि ਉਹਦਾ ਗਿਆਨ ਨਾ ਸਿਰ ਤੇ ਚੜ ਜਾਂਦਾ ਹੈ। जिस तरह माया होंदी है ना, माया माड़ी नहीं है, माया का अहंकार माड़ा है। फिर ध्यान देना, कदी मत सोचना गुरु साहब माया के खिलाफ ने। गुरु माया के खिलाफ नहीं है। माया आके परमात्मा नूं भुल जाना ਉਹਦੇ खिलाफ ने महाराज। सिद्ध माड़े नहीं सन, सिद्धां दा जिहड़ा ज्ञान सी ना ਉਹ सिर ते चढ़ गया सी। ते गुरु साहब ने उस वेले बड़े सवाल किए उन्हां अगे। महाराज ने हाजर नाजर उन्होंने जवाब दिते। उन्होंने अरमता ही की कि तेरा कवन, देखो किवें वर्ड यूज किते, तेरा। तेरा किनू कहीदा है? छोटे नूं ही कहीदा है ना, नहीं समझ सी। तेरा कवन गुरु जिसका तू चेला। ते महाराज कहंदे ने पवन आरंभ सतगुर मत वेला, शब्द गुरु सुरत धुन चेला। मेरा जिहड़ा गुरु है ना वो शब्द है, ते शब्द जिहदा गुरु हुंदा है वो अपनी सुरत नूं चेला बनांदा है। ध्यान देना, बड़ा थोड़ा जिहा बड़ा टिपिकल है, कई चीज़ां ना समझण दियां हुंदियां ने। परमात्मा कोई रूप नहीं है। रोज पढ़ते हो जाप साहिब विच, रूप ना है वाहिगुरु चक्कर चेन अर बरन जात अर पात नैन जे, रूप रंग रेख पे को कह न सकत के। कोई रूप नहीं है परमात्मा दा। रूप होवे ते गल होवे। परमात्मा एक शब्द है, ते शब्द दिसता नहीं है, शब्द नूं फील किया जाता है। हुण तुसीं कहोगे शब्द किहड़ा है? शब्द ते मैं भी बोल रहा, तुसीं भी सारा दिन बोलदे हो, शब्द ही ते ने। ਜਿਹੜੇ ਅਸੀਂ ਬੱਚਿਆਂ ਨਾਲ ਬੋਲਨੇ ਆ, ਪਰਿਵਾਰ ਵਿੱਚ ਬੋਲਨੇ ਹਾਂ, ਜਿਹੜੇ ਬਿਜ਼ਨਸ ਵਿੱਚ ਬੋਲਨੇ ਆ, ਜਾਂ ਸੰਸਾਰ ਵਿੱਚ ਕੋਈ ਵੀ ਬੋਲ ਰਿਹਾ ਹੈ, ਉਹ ਆਲਮੋਸਟ ਸ਼ਬਦ ਹੀ ਹੈ। ਪਰ ਜਿਹੜੇ ਗੁਰੂ ਸਾਹਿਬ ਸ਼ਬਦ ਦੀ ਗੱਲ ਕਰ ਰਹੇ ਨੇ ਨਾ, ਜਿਹਦੇ ਵਿੱਚ परमात्मा ਦੀ ਸਿਫਤ ਹੈ, ਉਹ ਸ਼ਬਦ ਹੈ ਸਾਡਾ। ਦੇਖੋ ਧਿਆਨ ਦੇਣਾ, ਜਿਸ ਵਿੱਚ परमात्मा ਦੀ ਸਿਫਤ ਕੀਤੀ ਗਈ ਹੈ ਨਾ, ਉਹ ਸ਼ਬਦ ਹੈ। ਜਿਸ ਦੀ ਚ ਸਿਫਤ ਨਹੀਂ ਹੈ, ਉਹਦੇ ਅਕੋਰਡਿੰਗ ਬਾਬਾ ਜੀ ਨੇ ਕਿਹਾ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਕੀ ਹੈ? ਬੋਲ। ਬੋਲ ਕੀ ਹੈ? ਸ਼ਬਦ। ਤੇ ਸ਼ਬਦ ਕੀ ਹੈ? ਫੀਲਿੰਗ। ਤੇ ਫੀਲਿੰਗ ਕੀ ਹੈ? परमात्मा। परमात्मा कोई रूप नहीं है। थापिया ना जाए कीता ना होए, आपे आप निरंजन। उनको थाप नहीं सकता। कई बार असीं कहने फलानी जगह ते मूर्ति का स्थापन किया गया। अरे रब कोई एक जगह का स्थापन नहीं है। जे असी बंदे, असी लोग रब की मूर्त बना के उन्होंने स्थापित कर दिए तो रब छोटा हो गया, मूर्ति वड्डी हो गई। असी रब नूं नीवा कह दिता है। जिस तरह महाराज वो पूरी गए सन ना, वो थाल विच 4-5 दीवे रख के ते आरती कर रहे सन। महाराज भी खड़े हो गए जाके, गुरु नानक पातशाह। ये मैं तां जिक्र कर रहा कि सानू शब्द की पहला समझ आ जाए। ते महाराज वेखदे ने ते सारे उत्थे दे ब्राह्मण लोग आ गए। महाराज आरती हो रही सी, तुसी शामिल नहीं सो। महाराज कहते मैं ते शामिल सा, तुसी ते बिल्कुल उवें देख रहे सन, मुस्कुरा रहे सो, असी सारे मस्त सी। महाराज कहते ने भोलियो, रब कोई इन्ना छोटा थोड़ा जिहड़ा तुसी एक थाल दे विच 4-5 दीवे बाल के ते धूप बत्ती ला के ते वो 4-5 फुल रख के ते ओदी तुसी आरती कर रहे हो। नहीं भाई, आरती ते परमात्मा दी तुसी नहीं भी करोगे तां भी हो रही है। फिर ध्यान देना, रोज पढ़ते हो गगन में थाल, रव चंद दीपक बने, तारका मंडल
जनक मोती धूप मनान लो, पवन चवरो करे, सगल बन राए फूलंत ज्योति, कैसी आरती होए। कहते ने ओदी आरती ते ब्रह्मंड कर रहा है। ये सारा गगन थाल है। ਜਿਹੜਾ ਤੁਸੀਂ ਛੋਟੀ ਥਾਲੀ ਰੱਖੀ ਹੈ ਨਾ, ਦੇਖੋ ਸਮਝਣ ਦੀ ਗੱਲ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇ ਇਸ ਸਿਧਾਂਤ ਨੂੰ ਸਮਝ ਲਿਆ, ਉਹਨਾਂ ਨੇ ਤੇ ਥਾਲੀ ਥੁਲੀ ਦੀ ਪ੍ਰਥਾ ਬੰਦ ਕਰ ਦਿੱਤੀ। ਜਿਹੜੇ ਨਹੀਂ ਸਮਝੇ ਮੇਰੇ ਵਰਗੇ, ਉਹ ਅੱਜ ਵੀ ਇਹ ਕਿਰਿਆ ਕਰ ਰਹੇ ਨੇ, ਉਹਨਾਂ ਨੂੰ ਮੁਬਾਰਕ ਹੈ। ਉਹ ਰੱਬ ਨੂੰ ਛੋਟਾ ਸਮਝ ਕੇ ਆਪਣੀ ਗੱਲ ਰੱਖ ਰਹੇ ਨੇ। ਜਦੋਂ ਤੁਸੀਂ ਅਸਮਾਨ ਦੇ ਵਿੱਚ ਵੇਖੋਗੇ ਨਾ ਸਕਾਈ, ਤੁਹਾਨੂੰ ਛੋਟੇ ਛੋਟੇ ਤਾਰੇ ਨਜ਼ਰ ਆਣਗੇ, ਆਂਦੇ ਨੇ ਨਾ। ਮਾਰੇ ਕਹਿੰਦੇ ਸਾਰੇ ਦੀਏ ਨੇ, ਦੀਵੇ। ਇਹ ਸਾਰੀ ਪਰਮਾਤਮਾ ਦੀ ਆਰਤੀ ਕਰ ਰਹੇ ਨੇ। ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਜਿੰਨੀ ਤੁਸੀਂ ਧਰਤੀ ਵੇਖ ਰਹੇ ਹੋ, ਇਹ ਫੁੱਲਾਂ ਦੀ ਸਜੀ ਹੋਈ ਹੈ। ਪਵਨ, ਹਵਾ ਚੋਰ ਕਰ ਰਹੀ ਹੈ। ਪਰਮਾਤਮਾ ਨੂੰ ਚੋਰ ਕਰਨ ਵਾਸਤੇ ਤਾਂ ਪੂਰੀ ਬ੍ਰਹਿਮੰਡ ਹੀ ਹਵਾ ਵਿੱਚ ਹੋ ਰਹੀ ਹੈ। ਤੇ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ, ਜਦ ਇਤਨੇ ਸਵਾਲ ਹੋਏ ਤੇ ਸਿੱਧ ਕਹਿੰਦੇ ਨੇ ਤੇਰਾ ਕਵਣ ਗੁਰੂ। ਜਦੋਂ ਬੰਦਾ ਮੈਂ ਹੰਕਾਰੀ ਤਾਂ ਕਿਹਾ ਵੇ, ਜਦੋਂ ਤੁਸੀਂ ਨਾਮ ਜਪਣ ਵਾਲੇ ਦੀ ਇਸ ਤਰ੍ਹਾਂ ਕਰਕੇ ਬੁਲਾਓਗੇ ਤੇ ਤੁਹਾਡਾ ਨੀਵਾਂਪਨ, ਤੁਹਾਡਾ ਹੰਕਾਰ ਸਾਹਮਣੇ ਆਏਗਾ। ਕਹਿਣਾ ਤੇ ਚਾਹੀਦਾ ਸੀ, ਹੇ ਰੱਬ ਜੀ ਤੁਹਾਡਾ ਕਿਹੜਾ ਗੁਰੂ ਹੈ, ਪਰ ਉਹਨਾਂ ਨੇ ਰੱਬ ਜੀ ਨਹੀਂ ਕਿਹਾ। ਉਹ ਕਿਹਾ ਤੇਰਾ ਕਵਣ ਗੁਰੂ। ਤੇਰਾ ਕਿਹੜਾ ਗੁਰੂ ਹੈ? ਤੇਰਾ ਉਹਨੂੰ ਕਹਿੰਦਾ ਜਿਹੜਾ ਆਪਣੇ ਤੋਂ ਛੋਟਾ ਹੁੰਦਾ ਹੈ। ਕਈ ਵਾਰੀ ਉਮਰ ਦਾ ਤਕਾਜ਼ਾ ਨਹੀਂ ਅਸੀਂ ਕਰੀਦਾ। ਜਿਹੜਾ ਨਾਮ ਜਪਣ ਵਾਲਾ ਨਾ, ਉਹ ਤੇ ਪ੍ਰਮਾਤਮਾ ਹਰ ਕਾ ਸੇਵਕ ਹਰ ਜਿਆ। ਹਰੀ ਦਾ ਜਿਹੜਾ ਸੇਵਕ ਹੈ ਨਾ, ਉਹ ਹਰੀ ਵਰਗਾ ਹੀ ਹੈ। ਦੇਖੋ ਧਿਆਨ ਦਿਵੋ, ਤੇਰਾ ਕਵਣ ਗੁਰੂ। ਮਹਾਰਾਜ ਕਹਿੰਦੇ ਨੇ ਮੇਰਾ ਗੁਰੂ ਹੈ ਨਾ ਜਿਹੜਾ, ਉਹ ਸ਼ਬਦ ਗੁਰੂ ਹੈ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਬਣ ਗਏ ਸ਼ਬਦ। ਮਹਾਰਾਜ ਨੇ ਕਿਸੇ ਦੇ ਅੱਗੇ ਸਾਰੀ ਉਮਰ ਮੱਥਾ ਨਹੀਂ ਟੇਕਿਆ, ਸੀਸ ਨਹੀਂ ਝੁਕਾਇਆ। ਝੁਕਾਇਆ ਕਿਹਦੇ? ਭਾਈ ਲਹਿਣਾ ਜੀ ਦੇ। ਕਿਉਂਕਿ ਉਹ ਸ਼ਬਦ ਦੀ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ। ਗੁਰੂ ਅੰਗਦ ਦੇ ਪਾਤਸ਼ਾਹ ਭਾਈ ਲਹਿਣੇ ਤੋਂ ਜਦ ਅੰਗਦ ਬਣੇ, ਸਾਰੀ ਉਮਰ ਕਿਸੇ ਅੱਗੇ ਮੱਥਾ ਨਹੀਂ ਟੇਕਿਆ। ਆਪਣੀ ਜੋਤ ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ ਟਿਕਾਈ, ਤਾਂ ਮੱਥਾ ਟੇਕਿਆ। ਜਦੋਂ 10ਵੇਂ ਜਾਮੇ ਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 42 ਸਾਲ ਦੀ ਆਰਵਲਾ ਦੇ ਵਿੱਚ ਕਿਸੇ ਦੇ ਅੱਗੇ ਘੁਟਨੇ ਨਹੀਂ ਟੇਕੇ, ਸੀਸ ਨਹੀਂ ਝੁਕਾਇਆ। ਅਖੀਰਲੇ ਸਮੇਂ ਨਾਂਦੇੜ ਦੀ ਧਰਤੀ ਤੇ ਆ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ। ਮਹਾਰਾਜ ਕਹਿੰਦੇ ਨੇ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੇਲੇ। ਜਿਹੜਾ ਵੀ ਪ੍ਰਭੂ ਨੂੰ ਪਾਉਣ ਦਾ ਇੱਛੁਕ ਹੈ, ਇਹ ਧਿਆਨ ਦਿਵੋ, ਤੁਹਾਡੇ ਮਨ ਦੇ ਵਿੱਚ ਇੱਛਾ ਹੈ ਰੱਬ ਨੂੰ ਪਾਉਣ ਦੀ, ਕਿੱਥੇ ਹੋਰ ਨਾ ਢੋਡੋ ਰੱਬ ਨੂੰ। ਮਹਾਰਾਜ ਕਹਿੰਦੇ ਖੋਜ ਸ਼ਬਦ ਮੇਲੇ। ਵਾਹ, ਦੇਖੋ ਸਿਧਾਂਤ ਕਿੰਨਾ ਉੱਚਾ ਹੈ। ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਸ਼ਬਦ ਤੋਂ ਸਾਡੀ ਉਤਪਤੀ ਹੋਈ ਹੈ। ਸ਼ਬਦ ਤੋਂ ਹੀ ਪਰਮਾਤਮਾ ਸੰਸਾਰ ਦੇ ਵਿੱਚ, ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਹੈ। ਕੀਤਾ ਪਸਾਓ, ਰੋਜ਼ ਪੜ੍ਹਦੇ ਹੋ ਨਾ, ਏਕੋ ਕਵਾਓ। ਕਵਾਓ ਕੀ? ਬੋਲ। ਬੋਲ ਕੀ ਨੇ? ਸ਼ਬਦ। ਕੀਤਾ ਪਸਾਓ, ਜਿੰਨਾ ਵੀ ਪਸਾਓ ਹੈ ਨਾ, ਇਹ ਜਿਹੜੀ ਧਰਤੀ ਖੰਡ ਬ੍ਰਹਮੰਡ ਤੁਸੀਂ ਦੇਖ ਰਹੇ ਹੋ, ਇਹਨੂੰ ਕੋਈ ਬਾਤਾ ਸਮਾਂ ਨਹੀਂ ਲੱਗਿਆ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤਾ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇ ਤਰ ਸਭੂ। ਉਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ ਸ੍ਰਿਸ਼ਟੀ ਬਣਾਉਣ ਨੂੰ। ਸਾਨੂੰ ਇੱਕ 100 ਗਜ ਦਾ ਮਕਾਨ ਬਣਾਉਣਾ ਹੋਵੇ
ਤੇ ਅਸੀਂ ਸਾਰੇ ਪਰਿਵਾਰ ਵਾਲੇ ਕਿ ਕਿਤਨੇ ਔਖੇ ਹੋ ਕੇ ਕਿਤਨੀ ਮੁਸ਼ਕਲਾਂ ਦੇ ਵਿੱਚ ਸਾਲ ਲਾ ਕੇ ਇੱਕ ਮਕਾਨ ਬਣਾਉਂਦੇ ਆ। परमात्मा ने ये वजियां लखा ही सृष्टियां, लखा धरतियां, कोट ब्रह्मंड को ठाकुर स्वामी सर्व जिया का दाता, ये वजह करोड़ा ही ब्रह्मंड बनाने वास्ते कोई समा नहीं लाया। खिन में थाप उथापन आ रहा, उन्हें खिन दे विच धरती नूं साज दिता, कीता पसाओ, जिन्ना भी पसाओ है एको कुआओ, कीता पसाओ एको कुआओ, ਇਹ ਉਹਦੇ ਬੋਲ ਦੇ ਨਾਲ ਇਹ ਸਾਰੀ ਧਰਤੀ ਪੈਦਾ ਹੋਈ ਹੈ। ਤੇ ਫਿਰ ਵੱਡਾ ਕੌਣ ਹੋਇਆ? ਬੋਲ, ਸ਼ਬਦ। ਉਹ ਗੁਰੂ ਨਾਨਕ ਦਾ ਗੁਰੂ ਸ਼ਬਦ ਹੈ। ਜੇ ਸਾਡੇ ਗੁਰੂ ਦਾ ਗੁਰੂ ਸ਼ਬਦ ਹੈ ਤੇ ਸਾਡਾ ਫਿਰ ਗੁਰੂ ਕਿਹੜਾ ਹੋਇਆ? ਉਹ ਵੇ ਸ਼ਬਦ ਗੁਰੂ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ ਤੇ ਸ਼ਬਦ ਦੇ ਨਾਲ ਜਿਹੜਾ ਜੁੜ ਗਿਆ ਉਹਨੂੰ ਫਿਰ ਬਾਹਰਲੀਆਂ ਚੀਜ਼ਾਂ ਦੇ ਨਾਲ ਕੋਈ ਸੰਬੰਧ ਟੁੱਟ ਜਾਂਦਾ ਹੈ। ਦੇਖੋ, ਜਦ ਤੱਕ ਸਾਡਾ ਸੰਸਾਰ ਦੇ ਨਾਲ ਪਕੜ ਹੈ ਤੇ ਨਿਰੰਕਾਰ ਨਾਲ ਅਸੀਂ ਨਿਰੰਕਾਰ ਦੀ ਪਕੜ ਨਹੀਂ ਹੋ ਸਕਦੀ। ਅਗਰ ਭਾਂਡੇ ਵਿੱਚ ਵਸਤੂ ਪਈ ਹੈ ਤੇ ਉਸ ਵਸਤੂ ਨੂੰ ਦੂਜੀ ਪਾਣੀ ਹੈ ਤੇ ਪਹਿਲੀ ਕੱਢਣੀ ਪਏਗੀ। ਸੰਸਾਰ ਛੱਡਣਾ ਨਹੀਂ, ਸੰਸਾਰ ਦੀ ਪਕੜ ਛੱਡੋਗੇ ਨਿਰੰਕਾਰ ਦੀ ਪਕੜ ਆ ਜਾਏਗੀ। संसार की है मैं मेरी छड्डोगे, देखो तू ते तां ही वसेगा जे मैं कड्डांगे। तुसी चाहो मैं भी वसी रहे तू भी आ जा, नहीं हो सकता। रोज पढ़ते हो भगत रविदास जी, जब हम होते तब तू नाही, अब तू ही मैं नाही। हे रब्बा, देखो तू ते मेरे को तां ही निकलेगी जद मेरे अंदरों मैं जाएगी। मैं किसी की तारीफ ते तां करांगा जद मैं मेरी निकलेगी। जब मेरी मेरी मिट जाए तब प्रभ का सवारे आए। जब लग मेरी मेरी करे तब लग काज एक नहीं सरे। देखो, मैं परमात्मा दे गुण तां गावांगा जब मेरी मैं निकलेगी। ते जे मैं ही सब कुछ हाँ, असीं परमात्मा दे हुण असीं परमात्मा दे गुण गाने आ, क्यों आनंद नहीं आंदा? क्योंकि मैं वसी पई है। हमारे कहते हैं गावे को दात जाने निशान, गावे को गुण वडियाइयां चार, गावे को विद्या विक्रम विचार। कई दाता वेख के उसनू गुण गा रहे ने, कई कहते रब बड़ा वड्डा है, गावे को जापे दिसे दूर। कई कहते रब बड़ा ही दूर है, वो पहाड़ा भी चले गए सिद्ध वर्गे। कई कहते ने रब बिल्कुल नेड़े, गावे को जापे दिसे दूर, गावे को वेखे हादरा हदूर। वो कहते बिल्कुल मेरे नाल है रब, कि जाहिर जहूर है कि हाजिर हजूर है। तो गुरु साहब दा जेड़ा गुरु है गुरु नानक दा, वो शब्द है। जे साडे गुरु दा गुरु शब्द है ते साडा गुरु भी शब्द ही है। तुहाडे कोल कोई सवाल पूछे तुहाडा केड़ा गुरु है, तो सी यही जवाब है कि शब्द गुरु सुरत धुन चेला। ते अज दे दिन गुरु साहब ने उत्थे प्रकाश जरूर किया, तां पहला प्रकाश किया जाता है कि उस वेले गुरता गद्दी नहीं सी, गुरु का दर्जा नहीं दिता सी गुरु ग्रंथ साहब नूं। ये ते 1604 की गल है ते जिहड़ी गुरता गद्दी मिली है 1708 विच नांदेड़ विखे मिली है। कितने साल हो गए? नियर अबाउट 104 ईयर, 104 साल। ਜਿਹੜੀ ਬੀੜ ਦਾ ਤੁਸੀਂ ਜਿਹਨੂੰ ਸ਼ਬਦ ਗੁਰੂ ਦਾ ਦਰਜਾ ਮਿਲਿਆ ਨਾ, ਉਹ ਬੀੜ ਔਰ ਇਸ ਬੀੜ ਵਿੱਚ ਫਰਕ ਹੈ। ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਲਿਖਾਰੀ, ਬਾਬਾ ਦੀਪ ਸਿੰਘ ਜੀ ਦੇ ਸਹਾਇਕ ਲਿਖਾਰੀ, ਜਿਨ੍ਹਾਂ ਨੇ ਕਲਮਾਂ ਦੀ ਸੇਵਾ ਕੀਤੀ ਔਰ ਨਾਲ ਸਹਾਇਕ ਬਣ ਕੇ ਉਹ ਸਰੂਪ ਹੋਵੇ, ਉਹਨੂੰ ਦਮਦਮੀ ਦਾ ਸਰੂਪ ਕਹਿੰਦੇ ਨੇ। ਬਈ ਇਹ ਬੀੜ ਬਾਬਾ ਜੀ ਦੀ ਜਿਹੜੀ ਤਿਆਰ ਕੀਤੀ, ਜਿਹੜਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਹੋਇਆ ਸੀ ਉਹਦੇ 974 ਅੰਕ ਨੇ, ਪਰ ਸ਼ਬਦ ਗੁਰੂ ਦਾ ਦਰਜਾ ਨਹੀਂ ਦਿੱਤਾ। 974 974
ਜਿਹਦੇ ਵਿੱਚ 30 ਰਾਗ ਨੇ ਤੇ ਜਿਹੜੀ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਰੂਪ ਲਿਖਵਾਇਆ ਉਹ ਆਦਿ ਗ੍ਰੰਥ ਸੀ। ਜਿਹੜਾ ਬਾਬਾ ਜੀ ਨੇ ਲਿਖਵਾਇਆ ਉਹਦੇ ਵਿੱਚ 31ਵਾਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈ ਜੈਵੰਤੀ ਰਾਗ ਨੂੰ ਐਡ ਕੀਤਾ। ਧਿਆਨ ਦੇਣਾ, ਮੈਂ ਇਸ ਗੱਲ ਨੂੰ ਤਾਂ ਖੁਲਾਸਾ ਕਰ ਰਿਹਾ ਹਾਂ ਕਿ ਭੁਲੇਖੇ 'ਚ ਨਾ ਰਹੀਏ ਕਿ ਜਿਹੜਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਹੋਇਆ ਉਹ ਸਾਡੇ ਗੁਰੂ ਦਾ ਦਰਜਾ ਨਹੀਂ ਉਹਨਾਂ ਨੂੰ ਦਿੱਤਾ ਹਾਲੇ। 5 ਜਾਮੇ ਮਹਾਰਾਜ ਉਸ ਦੇ ਗੁਰੂ ਦੇ ਵਿੱਚ ਉਸ ਦੇ ਵਿੱਚ ਬਿਤਾਨ ਤੋਂ ਬਾਅਦ ਫਿਰ ਇਸ ਨੂੰ ਸ਼ਬਦ ਗੁਰੂ ਦਾ ਦਰਜਾ ਦਿੱਤਾ। ਤੇ ਜਿਹੜੀ ਬੀੜ ਬਾਬਾ ਜੀ ਨੇ ਲਿਖਵਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, 31ਵਾਂ ਰਾਗ ਵੀ ਉਹਨਾਂ ਦਾ ਜੋੜਿਆ ਗਿਆ। ਹੁਣ ਮੈਂ ਕੱਲ ਪਰਸੋਂ ਸੋਚ ਰਿਹਾ ਸੀ ਮਹਾਰਾਜ 974 ਤੇ 1430 500 ਕੁਛ ਅੰਕ ਬੰਦੇ ਨੇ, ਸਾਰੀ ਬਾਣੀ ਥੋੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ। ਦਰਸਲ ਜਦੋਂ ਪ੍ਰਿੰਟ ਹੁੰਦੀ ਹੈ ਨਾ ਕੋਈ, ਹੁਣ ਜਿਹੜਾ ਪਹਿਲਾ ਆਦਿ ਗ੍ਰੰਥ ਸੀ ਨਾ ਉਹਦੀ ਲਿਖਤ ਵੱਡੇ ਕਾਗਜ਼ ਪੇਪਰ ਵਿੱਚ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਇਹਦਾ ਉਤਾਰਾ ਕਰਵਾਇਆ, ਬਾਣੀ ਤੇ ਥੋੜੀ ਜਿਹੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, 15 ਰਾਗ ਸਨ। ਚਲੋ ਥੋੜਾ ਜਿਹਾ ਇਹਦੇ ਉੱਤੇ ਵੀ ਨਜ਼ਰ ਮਾਰ ਲਈਏ। 6 ਗੁਰੂ ਸਾਹਿਬਾਨ, 15 ਭਗਤ ਤੇ 11 ਭੱਟ ਤੇ 4 ਗੁਰਸਿੱਖ, ਇਹਨਾਂ ਦੀ ਬਾਣੀ ਦਰਜ ਹੈ। ਗੁਰੂ ਨਾਨਕ ਪਾਤਸ਼ਾਹ ਨੇ 19 ਰਾਗਾਂ ਦੇ ਵਿੱਚ ਇਹ ਬਾਣੀ ਉਚਾਰੀ ਹੈ। ਧਿਆਨ ਦੇਣਾ, ਨੋਟ ਕਰ ਲਓ ਆਪ। ਸਮਾਂ ਆਇਆ ਗੁਰੂ ਅੰਗਦ ਦੇਵ ਮਹਾਰਾਜ ਦਾ, ਉਹਨਾਂ ਨੇ ਜੋ ਪਾਰਟਿਸਿਪੇਟ ਕੀਤਾ, ਜੋ ਆਪਣਾ ਸਹਿਯੋਗ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੇ 62 ਸ਼ਲੋਕ ਮਿਲਣਗੇ 62। ਸਮਾਂ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਉਹਨਾਂ ਨੇ 17 ਰਾਗ, ਗੁਰੂ ਨਾਨਕ ਪਾਤਸ਼ਾਹ ਤੋਂ 2 ਰਾਗ ਘੱਟ, ਉਹਨਾਂ ਦੇ 19 ਰਾਗ ਸਨ, 2 ਰਾਗ। ਉਹ ਕਿਹੜੇ 2 ਰਾਗ ਘੱਟ ਸਨ 17 ਰਾਗਾਂ ਵਿੱਚ, 19 ਰਾਗਾਂ ਵਿੱਚ? ਉਹ ਸਨ ਤਿਲੰਗ ਰਾਗ ਤੇ ਤੁਖਾਰੀ ਰਾਗ। ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ 19 ਰਾਗ ਉਚਾਰੇ ਸਨ, ਗੁਰੂ ਅਮਰਦਾਸ ਸਾਹਿਬ ਨੇ 17 ਉਤਾਰੇ। ਜਿਹੜੇ 17 ਵਿੱਚੋਂ 2 ਨਹੀਂ ਕੀਤੇ 19 ਵਿੱਚੋਂ, ਉਹਦੇ ਵਿੱਚ ਇੱਕ ਤੁਖਾਰੀ ਰਾਗ, ਇੱਕ ਤਿਲੰਗ ਰਾਗ। ਕਈ ਭੈਣ ਵੀਰ ਇਹ ਵੀ ਪੁੱਛਦੇ ਨੇ, ਚਲੋ ਗੱਲ ਚੱਲਦੀ ਹੈ ਤੇ ਮੈਂ ਅੱਜ ਬਾਣੀ ਦੇ ਉੱਤੇ ਚੱਲ ਰਹੀ ਹੈ ਤੇ ਮੈਂ ਇਸ ਬਾਣੀ ਨੂੰ ਆਪ ਜੀ ਨੂੰ ਹੋਰ ਸਾਹਮਣੇ ਕਲੀਅਰ ਕਰਦਾ। ਜਿਨ੍ਹਾਂ ਨੂੰ ਪਤਾ ਹੈ ਮੁਬਾਰਕ ਹੈ, ਪਰ ਕਹਿੰਦੇ ਵਿੱਚ ਫਸਟ ਕਲਾਸ ਦੇ ਵੀ ਬੱਚੇ ਬੈਠੇ ਹੁੰਦੇ ਨੇ, ਸੈਕਿੰਡ ਦੇ ਵੀ ਤੇ ਐਮਏ ਦੇ ਵੀ, ਤੁਹਾਡੇ ਵਰਗੇ ਸਿਆਣੇ ਬੈਠੇ ਵੀ ਨੇ। ਇਹਦੇ ਵਿੱਚ ਆਂਦਾ ਹੈ ਕਿ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ। ਮੈਨੂੰ ਕਈ ਸਵਾਲ ਕਰਦੇ ਨੇ, ਵੀਰ ਜੀ ਇਹ ਮਹੱਲਾ ਦਾ ਕੀ ਮਤਲਬ ਹੈ? ਮਹੱਲਾ ਹੁੰਦਾ ਸਰੀਰ। ਬਈ ਇਹ ਸਰੀਰ ਕਿਹੜਾ ਹੈ? ਪੰਜਵਾਂ। ਅਸੀਂ ਕਦੀ 5 ਨਹੀਂ ਪੜਨਾ, ਸ਼ਲੋਕ ਮਹੱਲਾ 1 ਨਹੀਂ ਪੜਨਾ, ਸ਼ਲੋਕ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ 9ਵਾਂ। ਤੇ ਘਰ 7ਵਾਂ, ਘਰ ਪਹਿਲਾ, ਇਹਦਾ ਕੀ ਭਾਵ ਹੈ? ਇਹਦਾ ਭਾਵ ਹੈ ਇਹਦਾ ਸੰਬੰਧ ਸੰਗੀਤ ਦੇ ਨਾਲ ਹੈ। ਇਹ ਘਰ ਪਹਿਲੇ ਵਿੱਚ ਗਾਉਣਾ ਹੈ। ਜਿਹੜਾ ਜੋੜੀ ਵਾਲਾ ਹੁੰਦਾ ਹੈ ਉਹ ਪਿਆਰ ਵਿੱਚ ਕਹਿ ਦਿੰਦਾ ਹੈ ਰਾਗੀ ਸਿੰਘ ਕਿ ਇਹ ਤੀਜੇ ਘਰ ਦਾ ਮੈਂ ਸ਼ਬਦ ਪੜ ਰਿਹਾ। ਤੇ ਰਾਗੀ ਸਿੰਘ ਦੇ ਨਾਲ ਜਿਹੜਾ ਜੋੜੀ ਵਾਲਾ ਹੁੰਦਾ ਉਹ ਸਮਝ ਜਾਂਦਾ ਹੈ ਜਿਹੜੀ ਮੇਰੀ ਤਾਲ ਹੈ, ਇਹ ਸੁਰ ਤਾਲ ਦਾ ਮੇਲ ਤਾਂ ਹੀ ਹੁੰਦਾ ਹੈ ਜੋ ਕੀਰਤਨ ਵਿੱਚ ਆਨੰਦ ਆਉਂਦਾ ਹੈ ਨਾ। ਜਦੋਂ ਦਰਬਾਰ ਸਾਹਿਬ ਦੇ ਰਾਗੀ ਕੀਰਤਨ ਕਰਦੇ ਨੇ, ਉਹ ਘਰ ਜਿਸ ਘਰ ਵਿੱਚ ਗਾਉਂਦੇ ਨੇ ਉਸੇ ਘਰ ਦੇ ਵਿੱਚ ਉਹ ਤਾਲ ਵਜਾਉਂਦਾ ਹੈ। ਮੈਂ ਤਾਂ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਗੱਲ ਆ ਜਾਏ ਕਿ ਕੱਲ ਤੋਂ ਹੁਕਮਨਾਮਾ ਲਈਏ, ਕੋਈ ਤੁਹਾਡੇ ਕੋਲ ਪੁੱਛ ਲੈ ਘਰ 7ਵੇਂ ਦਾ ਕੀ ਭਾਵ ਹੈ, ਘਰ 6ਵੇਂ ਦਾ ਕੀ ਭਾਵ ਹੈ, ਘਰ 5ਵੇਂ ਦਾ ਕੀ ਭਾਵ ਹੈ। ਆਲਮੋਸਟ ਆਪ ਨੂੰ ਪਤਾ ਹੈ, ਪਰ ਫਿਰ ਵੀ ਕੋਈ ਨਿਊ ਕਮਰ, ਕੋਈ ਨਵਾਂ ਸ਼ਰੀਰ ਆਇਆ ਹੋਵੇ, ਉਹਦੇ ਗਿਆਨ ਵਾਸਤੇ, ਉਹਦੀ ਨੌਲੇਜ ਵਾਸਤੇ 17 ਰਾਗਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਉਚਾਰੀ ਹੈ। ਸਮਾਂ ਆਇਆ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਦਾ ਸੋਢੀ ਸੁਲਤਾਨ, ਬੈਠਾ ਸਤਿਗੁਰੂ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। 30 ਰਾਗਾਂ ਦੇ ਵਿੱਚ ਬਾਣੀ ਉਚਾਰੀ, 30 ਰਾਗੀ 30। ਮੈਂ ਗੁਰੂ ਔਰ ਰਾਮਦਾਸ ਜੀ ਜਦੋਂ ਇਤਿਹਾਸ ਪੜ੍ਹਨਾ, ਮੈਂ ਕਿਹਾ ਮਹਾਰਾਜ ਤੁਸੀਂ ਤਾਂ ਸਕੂਲ ਹੀ ਨਹੀਂ ਗਏ। 60 ਸਾਲ ਤੱਕ ਤੇ ਗੁਰੂ ਅਮਰਦਾਸ ਪਾਤਸ਼ਾਹ
ਕਰਮ ਕਾਂਡਾਂ ਵਿੱਚ ਹੀ ਪਏ ਰਹੇ। ਇੱਥੋਂ ਪਤਾ ਲੱਗਦਾ ਹੈ ਕਿ ਰੂਹਾਨੀਅਤ ਦਾ ਗਿਆਨ ਦੁਨਿਆਵੀ ਪੜ੍ਹਾਈ ਦੇ ਨਾਲ ਕੋਈ ਸੰਬੰਧ ਨਹੀਂ। ਫਿਰ ਧਿਆਨ ਦੇਣਾ, ਤਾਂ ਹੀ ਮਹਾਰਾਜ ਨੇ ਕਿਹਾ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁਝੀਏ ਗੁਰਮਤੀ ਵਿਚਾਰਾ। ਤੁਸੀਂ ਜਿੰਨਾ ਮਰਜ਼ੀ ਪੜੋ, ਮਹਾਰਾਜ ਨੇ ਮਨਾ ਨਹੀਂ ਕੀਤਾ, ਪਰ ਉਹ ਗਿਆਨ ਵੱਖਰਾ ਹੈ, ਜਿਹੜਾ ਗੁਰਮਤ ਦਾ ਗਿਆਨ ਹੈ ਉਹ ਵੱਖਰਾ ਹੈ। ਉਹਦੇ ਵਾਸਤੇ ਉਹ ਪੜ੍ਹਾਈ ਦੀ ਲੋੜ ਨਹੀਂ ਹੈ। ਕਈ ਵਾਰੀ ਇਤਨੇ ਮੂਰਖ ਬੰਦੇ ਵੀ ਪੜ੍ਹ ਕੇ, ਪੜਿਆ ਮੂਰਖ ਕਿਉਂ ਕਿਹਾ ਵੇ, ਪੜੇ ਹੋਏ ਡਾਕਟਰ ਜਦੋਂ ਰਿਸ਼ਵਤ ਮੰਗਦੇ ਨੇ ਨਾ, ਜਿਸ ਲੱਭ ਲੋਭ ਅਹੰਕਾਰਾ, ਤੇ ਮਹਾਰਾਜ ਕਹਿੰਦੇ ਨੇ ਸਮਝ ਲਓ ਸਭ ਤੋਂ ਵੱਡਾ ਮੂਰਖ ਹੈ। ਇਹ ਪੜ੍ਹਾਈ ਉਸ ਸਿਰੇ ਦੀ ਹੈ ਜਿਹਦਾ ਕੋਈ ਆਰੰਭਤਾ ਨਹੀਂ ਹੈ ਤੇ ਉਹਦਾ ਸੀਮਾ ਨਹੀਂ, ਕਿਤੇ ਖਤਮ ਹੁੰਦਾ ਹੈ। ਇਹ ਸਮੁੰਦਰ ਹੈ। ਗੁਰੂ ਰਾਮਦਾਸ ਪਾਤਸ਼ਾਹ ਕਿਸੇ ਵਿੱਚ, ਕਿਸੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕਿਸੇ ਕੋਲੋਂ ਕੋਈ ਵਿਦਿਆ ਨਹੀਂ ਲਈ, ਸਿਰਫ ਗੁਰੂ ਦੀ ਸੰਗਤ ਕਰਕੇ, ਸਤ ਸੰਗਤ ਵਿੱਚ ਬੈਠ ਕੇ ਉਹ ਰੂਹਾਨੀਅਤ ਦਾ ਗਿਆਨ ਲਿਆ ਹੈ। 30 ਰਾਗ, ਇੱਕ ਰਾਗ, ਕੋਈ ਵਿਰਲਾ ਹੀ ਰਾਗੀ ਹੋਏਗਾ ਜਿਹਨੂੰ 30 ਰਾਗ ਆਉਂਦੇ ਹੋਣਗੇ ਗਾਣੇ। ਇਹ ਤਾਂ ਗਾਣ ਦੀ ਗੱਲ ਕਰ ਰਿਹਾ ਨਾ। ਉਹਦੀ ਨੌਲੇਜ ਰੱਖਣੀ, ਉਸ ਤੋਂ ਬਾਅਦ ਉਹਦੇ ਵਿੱਚ ਸ਼ਬਦ ਗਾਇਨ ਕਰਨੇ। ਇਹ ਹਿੱਸੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਆਏ ਨੇ। ਗੁਰੂ ਅਮਰ ਅਰਜਨ ਦੇਵ ਮਹਾਰਾਜ ਦਾ ਸਮਾਂ ਆਇਆ, ਜਿਹਨੂੰ ਬਾਣੀ ਕਹਿੰਦੇ ਨਾ, ਦੋਹਤਾ ਬਾਣੀ ਕਾ ਬੋਹਤਾ। ਬਾਣੀ ਬੋਹਤਾ ਹੁੰਦਾ ਜਹਾਜ਼, ਜਿੰਨਾ ਨਾਨਾ ਜੀ ਨੇ ਛੋਟੇ ਹੁੰਦੇ ਹੀ ਕਹਿ ਦਿੱਤਾ ਸੀ ਕਿ ਇਹ ਤੇ ਬਾਣੀ ਦਾ ਜਹਾਜ਼ ਹੈ, ਜਿਹਨੂੰ ਅਸੀਂ ਕੱਚੇ ਤੌਰ ਤੇ ਕਹਿ ਵੀ ਦਿੰਦੇ ਆ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਜਿਹਦੇ ਬਾਬਤ ਕਬੀਰ ਸਾਹਿਬ ਨੇ ਕਿਹਾ ਹੈ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਸ ਨਾਮ ਦੇ ਜਹਾਜ਼ੇ ਚੜਾ ਦਿੱਤਾ, ਤੇ ਉਹ ਜਹਾਜ਼, ਇਹ ਥਾਲ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ 30 ਰਾਗਾਂ ਵਿੱਚ ਬਾਣੀ ਉਹਨਾਂ ਨੇ ਵੀ ਉਚਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰੀ। ਇਹਦਾ ਸੁਮੇਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮੀ ਇੱਕ ਬੀੜ ਤਿਆਰ ਕੀਤੀ, ਜਿਹਨੂੰ ਗੁਰੂ ਦਾ ਦਰਜਾ ਦਿੱਤਾ। ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਹੋਣ, ਸੈਂਚੀਆਂ ਹੋਣ, ਤੁਸੀਂ ਧਿਆਨ ਦੇਣਾ, ਫਰੰਟ ਪੇਜ ਤੇ ਕੀ ਲਿਖਿਆ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਬੀੜ ਦਮਦਮੀ ਬੀੜ ਦੇ ਨਾਲ ਜੋੜੀ ਗਈ ਹੈ, ਭਾਵ ਕਿ ਉਹ ਆਦਿ ਗ੍ਰੰਥ ਦੇ ਨਾਲ ਦਮਦਮੀ ਜਿਹੜੀ ਗੁਰਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਵਿੱਚ ਐਡ ਕੀਤੀ ਹੋਈ ਹੈ। ਇਹ ਫਰੰਟ ਪੇਜ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਟਾਰਟਿੰਗ ਤੋਂ ਓਪਨਿੰਗ ਜਿਹੜਾ ਸਫਾ ਹੈ, ਪੇਜ ਹੈ, ਅੰਗ ਹੈ, ਉਹਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ। ਤਾਂ ਅੱਜ ਦੇ ਦਿਨ ਹੁਣ ਇੱਕ ਸਵਾਲ ਖੜਾ ਆਉਂਦਾ ਹੈ। ਇਹ ਪਹਿਲਾ ਪ੍ਰਕਾਸ਼ ਸੀ, ਕਿਉਂਕਿ ਉਸ ਵੇਲੇ ਗੁਰੂ ਦਾ ਦਰਜਾ ਨਹੀਂ ਸੀ, ਤਾਂ ਹੀ ਅਸੀਂ ਪਹਿਲਾ ਪ੍ਰਕਾਸ਼ ਕਹੀਦਾ ਹੈ। ਕਿਉਂ ਲੋੜ ਪੈ ਗਈ ਜਦ ਗੁਰੂ ਮੌਜੂਦਾ ਗੁਰੂ ਸਨ, ਤੇ ਅੱਜ ਦੇ ਦਿਨ ਕਿਉਂ ਲੋੜ ਪੈ ਗਈ ਪ੍ਰਕਾਸ਼ ਕਰਨ ਦੀ? ਹਾਲਾਂਕਿ ਹਰਮੰਦਰ ਤਿਆਰ ਹੋਇਆ ਤਾਂ ਕਾਫੀ ਸਮਾਂ ਹੋ ਗਿਆ ਸੀ। ਇਹ ਤਾਂ ਲੋੜ ਪਈ ਕਿ ਸਮੇਂ ਦੇ ਜਿਹੜੇ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਵਾਨ ਜੀ, ਉਹ ਵੀ ਬਾਣੀ ਉਚਾਰਨ ਲੱਗ ਪਏ। ਪਰ ਬਾਣੀ ਉਚਾਰ ਰਹੇ ਸਨ, ਮਾੜੀ ਗੱਲ ਨਹੀਂ ਹੈ। ਬਾਣੀ ਉਚਾਰਦੇ ਉਚਾਰਦੇ ਉਹ ਨਾਨਕ ਅੱਖਰ ਦੀ ਵਰਤੋਂ ਕਰਨ ਲੱਗ ਪਏ, ਕਿਉਂਕਿ ਨਾਨਕ ਅੱਖਰ ਸਿਰਫ ਗੁਰੂ ਸਾਹਿਬਾਂ ਨੇ ਵਰਤਿਆ ਹੈ। ਇਹ ਕਵੀ ਛਾਪ, ਕਵੀ ਦੀ ਮੋਹਰ ਹੈ। ਕੋਈ ਵੀ ਤੁਸੀਂ ਕਵਿਤਾ ਪੜ੍ਹੋ ਨਾ, ਜਿਸ ਤਰ੍ਹਾਂ ਭੱਟ ਪੜ੍ਹਦੇ ਨੇ ਤੇ ਲਾਸ ਵਿੱਚ ਚੂਰ ਕਹਿੰਦੇ ਨੇ, ਜਿਸ ਤਰ੍ਹਾਂ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਏ। ਇੱਥੇ ਪਤਾ ਲੱਗ ਰਿਹਾ ਇਹ ਭਾਟ ਕੀਰਤ ਭੱਟ ਇਸ ਸ਼ਬਦ ਨੂੰ ਉਚਾਰ ਰਹੇ ਨੇ, ਕਿਉਂਕਿ ਕੋਈ ਵੀ ਲਿਖਾਰੀ ਹੋਏਗਾ ਨਾ ਆਪਣਾ ਨਾਮ ਜ਼ਰੂਰ ਉਹਦੇ ਵਿੱਚ ਲਿਖੇਗਾ। ਜਿਸ ਤਰ੍ਹਾਂ ਅਸੀਂ ਪੜ੍ਹੀਦਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਅਰਨਾਕਸ਼ ਫਾਰੇ ਪੁਨਿਆਜ,
फुल द्रौपदी लाज रखी और प्रभ जी छीनत वस्त्र दीन वो सादा सुदामा अपदा दे राख्या गनका पड़त पुड़े ते काज श्री सतगुरु सुप्रसन्न कालजुग होए अब राखो दास भट की लाज। ये भट कवि गुरु रामदास पातशाह दी गुरुआं दी सिफत करते हुए ये शब्द उच्चारण कर रहे हैं। उस वेले मेहरबान अपनी बाणी उचार रहा सी पर उहदे विच नानक अखर दी वरतों संगतां विच भुलेखा पाया जा रहा सी ते बाबा बुढ़ा जी होर विद्वान सज्जना ने आके महाराज दे चरनां विच बेनती कीती, हे सतगुरु, हे गुरु अर्जन देव, हे धरती दे मालक, हे परमात्मा, जिहड़ी बाणी तुसी उचारी है गुरुआं ने ਉਹਦੇ ਵਿੱਚ ਭੁਲੇਖੇ ਪਾਈ ਜਾ ਰਹੇ ਨੇ, ਸੰਗਤ ਭੋਲੀ ਹੈ ਤੇ ਇਹਦਾ ਕੁਝ ਉਪਾਏ ਕਰੋ। ਸੰਗਤ ਨੂੰ ਭੁਲੇਖਾ ਪੈ ਜਾਏਗਾ ਕਿਹੜੀ ਬਾਣੀ ਸੱਚੀ ਹੈ ਤੇ ਕਿਹੜੀ ਬਾਣੀ ਕੱਚੀ ਹੈ। ਉਸ ਵੇਲੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਗੋਇੰਦਵਾਲ ਦੀ ਧਰਤੀ ਤੇ, ਜਾਓ ਬਾਬਾ ਬੁੱਢਾ ਜੀ सत्कार दे नाल गुरु अमरदास पातशाह दे वड्डे साहिबजादे बाबा मोहन जी कोल सारे गुरुआं दी बाणी दियां पोथियां पईयां होईयां ने, तुसी जाओ सत्कार नाल लैके आओ। क्योंकि गुरु अमरदास पातशाह जब शरीर छड्डन लगे ना, गुरुआं दी जितनी भी बाणी सी जो गुरु नानक ने गुरु अंगद देव जी नूं दित्ती, गुरु अंगद देव जी ने गुरु अमरदास जी नूं दित्ती, वो सारियां मोहन जी नूं दित्तियां। एक गल कही, ਇਹ ਬਾਣੀ ਦੀਆਂ ਪੋਥੀਆਂ ਸੰਭਾਲ ਕੇ ਰੱਖਣੀਆਂ ਨੇ, ਕਿਸੇ ਨੂੰ ਵੀ ਨਹੀਂ ਦੇਣੀਆਂ ਜਦ ਤੱਕ ਕੋਈ ਗੁਰੂ ਨਾਨਕ ਦੀ ਗੱਦੀ ਤੇ ਜਿਹੜਾ ਬਿਰਾਜਮਾਨ ਹੋਏਗਾ ਉਹ ਮੰਗੇ ਤੇ ਤੁਸੀਂ ਦੇ ਦੇਣਾ। ਤੇ ਉਸ ਵੇਲੇ ਸਾਧ ਸੰਗਤ ਕੀ ਹੋਇਆ, ਅੰਦਰ ਸਮਾਧੀ ਲਾ ਕੇ ਬੈਠੇ ਸਨ ਬਾਬਾ ਮੋਹਨ ਜੀ, ਗੋਇੰਦਵਾਲ ਦੀ ਧਰਤੀ ਤੇ ਬਾਬਾ ਬੁੱਢਾ ਜੀ ਗਏ, ਬੇਨਤੀ ਕੀਤੀ ਪਰ ਇਨਕਾਰ ਕਰ ਦਿੱਤਾ। बाबा बुढ़ा जी वापस आ गए। गुरु अर्जन देव महाराज आप अरदास करके देखो, कई भी कोई कारज जाना होवे सानू गुरु ने टिप्स दिते ने, घरों अरदास करके निकलो, भावें छोटा भी कारज कोई भी जा रहे हो घरों निकलना है, छोटी अरदास। मैं होर मैनू कहंदे वीर जी कहंदे छोटी अरदास की हुंदी है, ते मैं कह देना गुरु नानक पातशाह गोबिंद रूप गुरु ग्रंथ साहिब महाराज, या नहीं कह दो धन गुरु ग्रंथ साहिब महाराज, तुहाडी बख्शी दे सदके ਤੁਹਾਡਾ ਬਣਾਇਆ ਸ਼ਰੀਰ ਬਾਹਰ ਕਾਰਜ ਵਾਸਤੇ ਜਾ ਰਿਹਾ, ਅੰਗ ਸੰਗ ਹੋਣਾ, ਬਸ ਇਹ ਅਰਦਾਸ ਕਰਨੀ ਹੈ। ਮਹਾਰਾਜ ਅਰਦਾਸ ਕਰਕੇ ਜਦੋਂ ਨੰਗੇ ਪੈਰੀ ਅੰਮ੍ਰਿਤਸਰ ਦੀ ਧਰਤੀ ਤੋਂ ਪਹੁੰਚੇ ਗੋਇੰਦਵਾਲ ਦੀ ਧਰਤੀ ਤੇ, ਅੰਦਰ ਸਮਾਧੀ ਲਾ ਕੇ ਬੈਠੇ ਸਨ, ਤੋੜੀ ਨਹੀਂ ਉਹਨਾਂ ਦੀ ਸਮਾਧੀ। ਮਹਾਰਾਜ ਉਹਨਾਂ ਦੇ ਚੁਬਾਰੇ ਤੇ ਬਾਹਰ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਣ ਲੱਗੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। जद ये बचन बोले समाधि विचों बाहर आए, वेख्या गुरु अर्जन देव महाराज आए ने ते निमरता सहित कहंदे ने नमस्कार कीती ते बेनती कीती कि जो साडे वड्डे सतगुरां दा बाणी दा खजाना तुहाडे कोल है, साडी झोली विच पा दिओ। वो निमरता दे वर्ड सुन के ना मोहन जी कहते ने तुहाडी निमरता ही तुसी गुरु घर दे गुरु बने हो। अज साडी निमरता किथे गईयां ने, नहीं दूर चली गईयां ने। चलो ये अलग विषय है। उस वेले फिर एक पालकी तैयार की गई, उस पोथियां नूं उहदे विच संशोभित किया गया, विराजमान किया गया। कदी भी ना कहा करो गुरु ग्रंथ साहिब जी नूं मैं सुआ के आया, नहीं, विराजमान करके आया। ये साडे ना गुरमत दे कुछ अखर ने जो असी वरतों करने होंदे ने। गुरु कदी सौंदा नहीं जे गुरु सो गया तो संसार ही सो गया, समझो परलोई आ जानी है। गुरु ते हमेशा विराजमान होंदे ने। उस वेले साध संगत वो कीर्तन करते हुए नंगे पैरी गुरु साहब आप चोवर करके पोथी दा सन्मान करते हुए कीर्तन करते संगतां दे नाल गोइंदवाल तो चल के धरती अमृतसर ते पहुंचे, रामसर दी धरती ते पहुंचे जिथे गुरु अर्जन देव महाराज ने वो बाणी सुमणी साहब उचार चुकी सी, जिथे रामसर भी है, सरोवर भी है, जिथे आजकल महापुरखा ने गुरु ग्रंथ साहब दा भवन भी बनाया हुआ है,
ਤੇ ਛੋਟਾ ਜਿਹਾ ਗੁਰਦੁਆਰਾ ਵੀ ਹੈ ਰਾਮਸਰ, जाके जरूर दर्शन करया करो, जिथे शहीदां दा बाबा शहीदगंज गुरुद्वारा बाबा दीप सिंह जी का स्थान है। 1601 विच महाराज उस पोथियां लैके आए। 3 साल भाई गुरदास जी पासों ये सारी बाणी नूं तरतीब दे नाल, ध्यान देना, बाणी नूं तरतीब दे नाल, हर राग दी बाणी, पहला गुरु नानक पातशाह दी बाणी, फिर गुरु अंगद देव जी दी, फिर जे शब्द जे उचारे ने ते 5 गुरु साहबां ने अपनी बाणी जोड़ के, फिर उस तो बाद भगत दी, जे भगत जी ने कोई राग उचारिया है ते कबीर जी नूं सब तो उत्ते श्रोमणी भगत, जे भगतां ने वो रागां च, जे उस आसा दी राग दी गल चल रही है, जे आसा राग उचारिया है तो उसे तरतीब दे विच ये बाणी नूं उचारिया गया। सफा पेज वड्डे सन, 974 अंग तैयार करके महाराज ने, संगतां ने पूछया ये ग्रंथ तैयार कर दिता है, पर इनू हुण विराजमान कित्थे कराना है, ये विशा है। उस वेले फिर गुरु साहब ने कहा इहदा स्थान ते असीं पहलां ही चुनिया होया है। देखो हरमंदर साहब बनिया समा हो गया सी, पर उत्थे महाराज ने कदी अपना आसन नहीं लाया, सिर्फ गुरु ग्रंथ साहब वास्ते वो आसन तैयार कीता सी। बाबा बुढ़ा जी संगतां दे नाल कीर्तन करते हुए महाराज ने उस स्वरूप बाबा बुढ़ा जी ते सिर ते रख के आप नंगी पैरी चौर साहब की सेवा करते, अगे जल छिड़कते हुए। देखो ये भी गल मैं होर क्लीयर करदा, जिथे पक्के स्थान ने ना उथे जल का छिड़काव नहीं हुंदा, या गुरुद्वारे दे विचों मैट विछे हुए ने, असीं बाबा जी जो लैके जाने आ किसी दे घर या लियाने आ, उथे छिड़काव ना करया करो। ये उस वेले कच्चे स्थान हुंदा सी, कच्चियां रोडां हुंदियां सी, तादे जल दी सेवा हुंदी सी। जिथे जिथे पक्के स्थान जाओ तुसी, कोई छिड़काव की लोड़ नहीं, इस भरम दे विच ना रहना। ये मैं तां गल विच कर देना वा, साडे ना समझी करके असीं गुरुद्वारे च ही गिला करके सारे मैट चले जाते। चलो ये अलग विषय है। महाराज ने फिर उस स्थान ते हरमंदर साहब ते अज दे दिन जब विराजमान कराए पीड़ा साहब ते फिर महाराज ने बैठे हुए बड़े शरीर सन, भाई गुरदास जी और बड़े बड़े ज्ञानी ध्यानी संगत बैठी सी, ते महाराज ने इशारा किया बाबा बुढ़ा जी वाल, जाओ बाबा बुढ़ा जी जाओ, अज ये सेवा तुसी निभानी है। अगों निमाणापन देखो, महाराज कहंदे बाबा बुढ़ा जी, अरे मैं 98 साल दा होया पिया, ओनू लभो जेड़े 40-45 छोटी उम्र दे ने, मैं बिरध हैगा वां। बाबा जी कहंदे तुसी बिरध नहीं हो, तुहाडे तो काबलियत इत्थे कोई शरीर नहीं है। तुसी गुरु नानक दे घर दी देखो, उन्होंने 112 साल 13 साल गुरु नानक दे घर दी सेवा की, ते अखीरला समा आया ते कहंदे ने मनु हरगोबिंद पातशाह नूं बुलाया, कहन लगे मनु सिख मैं बनना चाहना, साडे वर्गा होए 10 दिन महीना गुरुद्वारे चले जाइए ते असी की कहने आ, साडे वर्गा सिख ही कोई नहीं। उस वेले फिर बाबा बुढ़ा साहब जी नूं हैड ग्रंथी थापे गए। मैं दुनिया दे प्रबंधकां नूं भी कहांगा, हैड ग्रंथी साहब दा सत्कार करया करो, उन्हां नूं नाम तो उत्ते या उन्हां दे पिछला बैकग्राउंड वेख के ना सुनिया करो। प्रबंधक असीं जरूर बन जाने आ, सत्कार करया करो, उन्हां दे विच बाबा बुढ़ा जी देखिया करो। जे तुसी उन्हां नूं दुत्कारोगे ना ते बाबा बुढ़ा जी दे समझ लो तुसी उन्हां दा निरादर कर रहे हो, ये सोच है। ते उस वेले फिर महाराज ने कहा बाबा बुढ़ा जी खोलो ग्रंथ, लहो आवाज। ते बाबा बुढ़ा जी ने बड़े सत्कार सहित ग्रंथ नूं खोलिया, ते उस वेले राग सूई महला पंजवा, सूई महला पंजवा आया, राग सूई सी।
पहला हुक्मनामा जिहड़ा आया आद ग्रंथ दा, जिन्हों पहला प्रकाश कहंदे हो, वो सी संतां के कारज आप खलोया, हर कम करावण आया राम। महाराज ने एक इंडिकेशन दे दी कि जेड़ा भी रब दा भगत बन जाएगा ना, रब दा संत बन जाएगा, रब दा अन्यायी बन जाएगा, रब दा सेवक बन जाएगा, रब दा गोला बन जाएगा ना, ओदे कारज जदों मैं अक्सर बेनती करना, विआह भगतां दे घर भी बच्चियां दे हुंदे ने, विआह दुनियावी बंदियां दे भी घर हुंदे ने, पर रब कहंदा है सारे अरदासां करदे ने, नास्तिक भी करदा है मेरी धी दा विआह है, ते एक नाम जपण वाला भी करदा है, पर रब कहंदा है जदों ते किसे नास्तिक दा ਇਹ ਵਜੀ ਅਰਦਾਸ ਆਂਦੀ ਹੈ, मैं किसी दी ड्यूटी ला देना, जा भाई ਇਹਦੇ ਕਾਰਜ कर, ਇਹਦੀ ਧੀ ਦਾ ਕਾਰਜ है, क्योंकि सतगुर पूरा निर्वैर है। ਤੇ ਜਦੋਂ ਭਗਤ ਦੇ ਘਰ ਕੋਈ ਕਿਸੇ ਬੱਚੀ ਦੀ ਸ਼ਾਦੀ ਹੁੰਦੀ ਹੈ ਨਾ, ਕੋਈ ਕਾਰਜ ਹੁੰਦਾ ਹੈ, ਉਸ ਵੇਲੇ ਮੈਂ ਕਿਸੇ ਦੀ ਡਿਊਟੀ ਨਹੀਂ ਲਾਂਦਾ, ਉੱਥੇ ਮੈਨੂੰ ਆਪ ਜਾਣਨਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਕਹਿੰਦੇ ਰੱਬ ਕਹਿੰਦਾ ਮੈਂ ਕਿਸੇ ਹੋਰ ਨੂੰ ਕਹਿ ਦਿੱਤਾ ਨਾ, ਡਿਊਟੀ ਲਾ ਦਿੱਤੀ, ਤੇ ਕਿੱਥੇ ਉਹ ਲੈ ਗਿਆ ਨਹੀਂ ਕਰ ਗਿਆ, ਉਸ ਮੇਰੇ ਭਗਤ ਦਾ ਕਾਰਜ ਨਾ ਰੁਕ ਜਾਏ, ਇਸ ਕਰਕੇ ਮੈਂ ਸਾਰੇ ਕਾਰਜ ਛੱਡ ਕੇ, ਮੈਂ ਆਪਣੇ ਸਾਰੇ ਰਜੇਵੇਂ ਛੱਡ ਕੇ, मैं उस संतां दे कारज वास्ते आप चला जाना। रोज पढ़दे हो, संतन दुख पाए ते दुखी, सुख पाए साधन के सुखी। जदों रब दा प्यारा ओदे नाम जपन दा प्यारा नूं कोई दुख देंदा है ना, होर किसे नूं दुख होवे ना होवे, सब तो ज्यादा दुख रब नूं हुंदा है। संतन मैं नहीं कह रहा, साहिब श्री गुरु गोबिंद साहब ने पढ़िया ना सोदर, संतन दुख पाए ते दुखी, ते अगों मारे कहंदे ने सुख पाए साधन के सुखी। ते जदों रब दा प्यारा सुखी हुंदा है ना, खुश हुंदा है, शायद रिश्तेदार भैन भरा ना खुश होन, पर एक गल याद रखना, रब सब तो ज्यादा खुश हुंदा है। संतन दुख पाए ते दुखी, सुख पाए साधन के सुखी। तो अज दे दिन वो हुक्मनामा लिया ते पहला प्रकाश होया, ते इस साध संगत इस ग्रंथ नूं उस सच दा दर्जा मिलिया। गुरु ग्रंथ साहिब दी जे बाणी तुसी पढ़दे हो ना, एक गल याद रखना, अरमता दा श्लोक पढ़ो, पहला ते मंगलाचरण है ना जिहड़ा असीं पढ़ने आ, एक ओंकार तो गुर प्रसाद, ये मंगलाचरण है। फिर श्लोक आंदा है जिन्हों कहते आद सच जुगाद सच है भी सच, नानक होसी भी सच। वो परमात्मा सच है। इस पढ़ाई में मैं 5 मिनट 10 मिनट लगा के, विषय तो बहुत बड़ा है, मैं उधर नहीं जावांगा, मैं समझना इस टॉपिक पे मैं करके फिर समाप्ति करने हैं। आद सच जुगाद सच, वो परमात्मा आद तो सच है, सिंपल लैंग्वेज सच हुंदा है, सत्य कह लो, सदा रहन वाला, सदा कायम रहन वाला। वो आद तो सच है, जुगा तो सच है भी सच, हुण भी सच है, दुनिया नहीं भी होएगी ना, अगां सच ही रहेगा। एक अंग्रेज राइटर ने कहा है, कहंदे ने उन्हें बड़ी अच्छी गल कही, कहंदा दुनिया रवे ना रवे, गुरु ग्रंथ साहब की फिलासफी कदी नहीं मुक सकती। देखो एक जदों मैं तारीफ करांगा ना गुरु ग्रंथ साहब की, तो कहणगे भी ये सिख है, ये तो गुरु का सिख है, तो गुरु की गल करनी है। पर खुशी उदों हुंदी है जदों बाहर का कोई ऑथर राइटर साडे धर्म की, दूजे धर्म का बंदा गुरु ग्रंथ साहब की गुरु की तारीफ करता है। वो कहता है दुनिया रवे ना रवे, पर गुरु ग्रंथ साहब की जिहड़ी फिलासफी है ना, वो कदी खत्म नहीं हो सकती, क्योंकि सच की गल है। हुण सारे सोचो सच किनू चंगा नहीं लगता? तुहानू पता होएगा सच किनू चंगा नहीं लगेगा? सच पता किनू चंगा नहीं लगेगा? जिहड़ा झूठा होएगा। झूठ नू सच नहीं चंगा लगेगा। इस तरह होर सौखा ले लो, रोशनी किनू चंगी नहीं लगती?
ਤੁਹਾਨੂੰ ਲੱਗਦੀ ਹੈ ਨਾ, ਮੈਨੂੰ ਲੱਗਦੀ ਹੈ। ਹਨੇਰੇ ਨੂੰ ਚੰਗੀ ਨਹੀਂ ਲੱਗਦੀ। ਹਨੇਰਾ ਕੀ ਹੈ? ਅਗਿਆਨ। ਤੇ ਰੋਸ਼ਨੀ ਕੀ ਹੈ? ਗਿਆਨ। ਗਿਆਨ ਕਿਹਨੂੰ ਚੰਗਾ ਨਹੀਂ ਲੱਗੇਗਾ? ਅਗਿਆਨੀ ਨੂੰ, ਜਿਹੜਾ ਝੂਠਾ ਹੋਏਗਾ। ਪਾਤਸ਼ਾਹ ਨੇ ਕਹਿਣਾ ਪਿਆ, ਜਿਨ ਕੇ ਚਿਤ ਕਠੋਰ ਹੈ ਸੇ ਬੈ ਨ ਸਤਿਗੁਰ ਪਾਸ। ਕਿਉਂ? ਕਿਉਂਕਿ ਉੱਥੇ ਸੱਚ ਵਰਤਦਾ ਕੁੜਿਆਰਾ ਚਿਤ ਉਦਾਸ। ਕੁੜਿਆਰੀ ਕੁੜਿਆਰੀ ਜਾਏ ਰਲੇ, ਕੁੜਿਆਰੀ ਕੁੜਿਆਰ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜਾ ਕੋੜਾ ਝੂਠਾ ਬੰਦਾ ਹੋਏਗਾ ਨਾ, ਉਹਨੂੰ ਸੱਚ ਦੀ ਗੱਲ ਚੰਗੀ ਨਹੀਂ ਲੱਗੇਗੀ। ਮੈਨੂੰ ਖਿਮਾ ਕਰ ਦੇਣਾ। ਮਹਾਰਾਜ ਕਹਿੰਦੇ ਨਾ, ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਪਾਵਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚ ਦੀ ਗੱਲ ਕਰ ਰਹੇ ਨੇ। ਦੇਖੋ, ਮੈਂ ਕਹਿੰਦਾ ਵਾਂ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਹੋ ਤੇ ਲੈਸਨ ਕੋਈ ਹੋਰ ਲੈ ਰਹੇ ਹੋ, ਮੱਥਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟੇਕ ਰਹੇ ਹੋ, ਤੇ ਲੈਸਨ ਕਿਸੇ ਹੋਰ ਗ੍ਰੰਥ ਦਾ ਲੈ ਰਹੇ ਹੋ, ਹੋਰ ਕਿਸੇ ਦੀ ਲੈ ਰਹੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਨਹੀਂ ਹੋ। ਮੈਨੂੰ ਖਿਮਾ ਕਰ ਦੇਣਾ। ਹੋਰ ਈਜ਼ੀ ਲੈ ਲਓ, ਤੁਸੀਂ ਮੈਥ ਦੇ ਟੀਚਰ ਆ ਜਾਏ ਤੇ ਉਹ ਡਰਾਇੰਗ ਜਾਂ ਹਿਸਟਰੀ ਦੀਆਂ ਕੋਈ ਗੱਲਾਂ ਕਰਨ ਲੱਗ ਪਏ, ਉਹ ਗੱਲ ਜੰਮੇਗੀ? ਜਾਂ ਤੁਹਾਡਾ ਹਿਸਟਰੀ ਦਾ ਪੇਪਰ ਹੈ, ਤੁਸੀਂ ਉੱਥੇ ਮੈਥਸ ਲਿਖ ਰਹੇ ਹੋ, ਨਹੀਂ ਜੰਮੇਗੀ ਨਾ। ਗੁਰੂ ਸਾਹਿਬ ਕਹਿੰਦੇ, ਜਿਨ੍ਹਾਂ ਅੰਦਰ ਕੂੜ ਵਰਤੇ ਸੱਚ ਨਾ ਭਾਵਈ। ਕਿਉਂ? ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਦੇਖੋ, ਮੈਂ ਹੁਣ ਸੱਚ ਬੋਲਾਂਗਾ ਨਾ, ਗੁਰੂ ਸਾਹਿਬ ਕਹਿੰਦੇ ਜਿਹੜਾ ਵੀ ਕੋਈ ਸੱਚ ਬੋਲੇਗਾ, ਸਭ ਤੋਂ ਜ਼ਿਆਦਾ ਜਿਹੜਾ ਝੂਠਾ ਹੋਏਗਾ ਨਾ, ਉਹਨੂੰ ਅੱਗ ਲੱਗੇਗੀ। ਕਿਉਂਕਿ ਉਹਦੇ ਅਕੋਰਡਿੰਗ ਗੱਲ ਨਹੀਂ ਹੋ ਰਹੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਜੇ ਕੋ ਬੋਲੇ ਕੂੜ, ਜੇ ਕੋ ਬੋਲੇ ਵਾਹਿਗੁਰੂ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਝੂਠਾ ਬੰਦਾ ਨਾ ਜਲ ਜਾਏਗਾ, ਕਿਉਂਕਿ ਉਹਦੇ ਅਕੋਰਡਿੰਗ ਗੱਲ ਨਹੀਂ ਹੈ। ਖਾਲੀ ਮੈਂ ਰੂਪ ਬਣਾ ਲਾ, ਮੈਂ ਦਾੜਾ ਰੱਖ ਲਿਆ, ਕਿਰਪਾਨ ਪਾ ਲਈ, ਅੰਮ੍ਰਿਤ ਛਕ ਲਿਆ, ਪਰ ਮੈਂ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਿਆ ਹੀ ਨਹੀਂ, ਤੇ ਮੈਨੂੰ ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਉਹ ਝੂਠਾ ਹੈ। ਤੇ ਕਹਿੰਦੇ ਕਿਉਂ? ਕਿਉਂਕਿ ਕੁੜਿਆਈ ਰੱਜੈ ਕੂੜ। ਜਿਹੜਾ ਝੂਠਾ ਬੰਦਾ ਹੁੰਦਾ ਨਾ, ਉਹਨੂੰ ਕੂੜ ਚੰਗਾ ਲੱਗਦਾ ਹੈ, ਝੂਠ ਚੰਗਾ ਲੱਗਦਾ ਹੈ। ਉਹਨੂੰ ਨਿੰਦਾ ਕਰਾ ਲਓ, ਉਹਨੂੰ ਹੋਰ ਗੱਲਾਂ ਕਰਾ ਲਓ, ਤੇ ਮਹਾਰਾਜ ਕਹਿੰਦੇ ਨੇ ਕੁੜਿਆਈ ਰੱਜੈ ਕੂੜ, ਜਿਉ ਵਿਸ਼ਟਾ ਕਾਗ ਖਾਵਈ। ਕਹਿੰਦੇ ਨੂੰ ਇਸ ਤਰ੍ਹਾਂ ਝੂਠ ਚੰਗਾ ਲੱਗਦਾ ਹੈ, ਜਿਸ ਤਰ੍ਹਾਂ ਕਾਂ ਜਿੱਥੇ ਮਰਜ਼ੀ ਉੜ ਰਿਹਾ ਹੋਵੇ, ਉਹਦੇ ਅੱਗੇ ਵਧੀਆ ਚੀਜ਼ਾਂ ਪਾ ਦੋ, ਪਰ ਉਹ ਵਿਸ਼ਟਾ ਵਾਲੀ ਗੰਦ ਵਾਲੀ ਖਾਂਦਾ ਹੈ। ਜੇ ਪਿਆਰਿਓ, ਅੱਜ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ ਨਾ, ਮੇਰੇ ਸਮੇਤ, ਮੈਂ ਤੇ ਆਪਣੇ ਵੱਲ ਇਸ਼ਾਰਾ ਕਰਾਂਗਾ। ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਸ਼ਾਇਦ ਰਿਪੀਟ ਕਰਦਾ, ਕਈ ਵਾਰੀ ਗੱਲ ਸਮਝ ਆ ਜਾਂਦੀ। ਮੈਂ ਆਪਣੇ ਪਿਓ ਦੇ, ਵਾਹਿਗੁਰੂ ਪਿਓ ਨਹੀਂ, ਮੈਂ ਆਪਣੇ ਪਿਤਾ ਜੀ ਦੇ ਸਵੇਰੇ ਉੱਠ ਕੇ ਪੈਰੀ ਹੱਥ ਲਾਵਾਂ, ਜੱਫੀ ਵੀ ਪਾ ਲਾਂ, ਹੱਗ ਵੀ ਕਰ ਲਵਾਂ, ਪਿਤਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਨਾ, ਬਹੁਤ ਪਿਆਰ ਕਰਨਾ। ਪਿਤਾ ਵੀ ਕਹਿੰਦੇ ਠੀਕ ਹੈ। ਰੋਜ਼ ਉੱਠਾਂ, ਪੈਰੀ ਹੱਥ ਲਾਵਾਂ, ਰੋਜ਼ ਜੱਫੀਆਂ ਪਾਵਾਂ, ਪਿਤਾ ਜੀ ਬਹੁਤ ਪਿਆਰ ਕਰਨਾ। ਹੁਣ ਪਿਤਾ ਜੀ ਨੇ ਕਿਹਾ, ਇਹ ਕੰਮ ਨਾ ਮੇਰੇ ਕੋਲ ਹੋ ਨਹੀਂ ਰਿਹਾ, ਤੇ ਤੂੰ ਕਰ ਲੈ। ਕਹਿੰਦਾ, ਇਹ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਜਾ ਨਹੀਂ ਸਕਦਾ। ਜਿਹੜਾ ਕੰਮ ਕਵੇ ਉਹ ਮੰਨਿਆ ਨਹੀਂ, ਪਿਆਰ ਮੈਂ ਬੜਾ ਕਰਨਾ। ਤੇ ਹੁਣ ਉਹ ਪਿਤਾ ਦਾ, ਉਹ ਪੁੱਤਰ ਮੰਨਿਆ ਜਾਏਗਾ ਕਿ ਨਹੀਂ? ਉਹ ਪਿਤਾ ਦਾ ਦਿਲ ਜਿੱਤ ਸਕਦਾ ਹੈ ਕਿ ਨਹੀਂ? ਇਹ ਤੁਸੀਂ ਹੁਣ ਆਪ ਸਮਝ ਲਓ। ਗੱਲ ਮੱਥੇ ਤੇ ਦੁਨੀਆ ਟੇਕ ਰਹੀ ਹੈ। ਹੁਣ ਵੀ ਗੁਰਦੁਆਰੇ ਚਲੇ ਜਾਓ, ਤਮਾਮ ਰਸ਼ ਹੋਏਗਾ, ਪਰ ਗੱਲ ਇਹ, ਗੁਰੂ ਦਾ ਲੈਸਨ ਕੌਣ ਲੈ ਰਿਹਾ ਹੈ? ਜੋ ਗੁਰੂ ਕਹੇ ਸੋਈ ਭਲ ਮਾਨੇ ਉੱਤੇ ਕੌਣ ਚੱਲ ਰਿਹਾ ਹੈ? ਗੁਰੂ ਨੇ ਖੁਸ਼ ਤੁਹਾਡੇ ਮੱਥੇ ਲੰਬੇ ਟੇਕਣ ਨਾਲ ਨਹੀਂ ਖੁਸ਼ ਹੋਣਾ ਜੇ। ਸੀਸ ਨਿਵਾਈਏ ਕਿਆ ਥੀਏ, ਜਾਂ ਹਿਰਦੇ ਕੁਸਦਾ ਜਾਏ। ਉਹ ਜਿਹੜਾ ਸ਼ਿਕਾਰੀ ਹੁੰਦਾ ਨਾ, ਹੀਰਨ ਦਾ ਸ਼ਿਕਾਰ ਕਰਨ ਜਾਂਦਾ ਹੈ, ਉਹ ਪੂਰਾ ਹੀ ਲੇਟ ਜਾਂਦਾ ਹੈ। ਜੋ ਹੰਤਾ ਮਿਰਗਾਏ, ਜੋ ਸ਼ਿਕਾਰੀ ਪੂਰਾ ਲੇਟ ਜਾਏਗਾ ਤੇ ਇਸ ਤਰ੍ਹਾਂ ਪੋਜੀਸ਼ਨ ਲੈ ਲੇਗਾ। ਮਹਾਰਾਜ ਕਹਿੰਦੇ, ਜੇ ਤੂੰ ਇਸ ਤਰ੍ਹਾਂ ਲੇਟਿਆ ਤੇ ਉਹ ਸ਼ਿਕਾਰੀ ਦਾ ਲੇਟਣਾ ਕੀ ਫਾਇਦਾ, ਜੇ ਕਿਸੇ ਨੂੰ ਮਾਰਨ ਵਾਸਤੇ ਬੈਠਾ ਹੋਇਆ ਹੈ। ਜੇ ਮੈਂ ਗੁਰੂ ਦੇ ਅੱਗੇ ਜਾ ਕੇ ਲੰਬੇ ਮੱਥੇ ਵੀ, ਡੰਡੋਤ ਬੰਦਨ ਕਹਿੰਦੇ, ਡੰਡੋਤ ਬੰਦਨ ਅਨਕਵਾਰ ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਡੰਡੋਤ ਕੀ ਹੈ? ਡੰਡੇ ਦੀ ਤਰ੍ਹਾਂ ਲੇਟ ਜਾਣਾ। ਮਹਾਰਾਜ ਕਹਿੰਦੇ ਨੇ, ਸਰੀਰ ਕਰਕੇ ਮੈਂ ਤੈਨੂੰ ਨਹੀਂ ਕਹਿ ਰਿਹਾ, ਸਰੀਰ ਕਰਕੇ ਤੇ ਅਸੀਂ ਸਾਰੇ ਝੁਕਦੇ ਹਾਂ,
ਸਿੱਖਾ ਕਦੀ ਗੁਰੂ ਗ੍ਰੰਥ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੈ, ਕਿੱਥੇ ਮਨ ਕਰਕੇ ਵੀ ਚੁੱਕ ਜਾ, ਕਿਉਂਕਿ ਇਹ ਸੱਚ ਦੀ ਗੱਲ ਹੈ। ਇਹ ਸਾਰੇ ਗ੍ਰੰਥ ਵਿੱਚ ਨਾ ਮਹਾਰਾਜ ਨੇ ਸੱਚ ਦੀ ਗੱਲ ਕੀਤੀ ਹੈ। ਮਹਾਰਾਜ ਸਾਨੂੰ ਸੱਚ ਨਾਲ ਜੋੜਨ ਆਏ ਨੇ ਤੇ ਸੱਚ ਨਾਲ ਜੋੜਨਾ ਚਾਹੁੰਦੇ ਨੇ। ਕਈ ਭਗਤ ਆਏ, ਮਹਾਰਾਜ ਸਾਡੀ ਬਾਣੀ ਉਚਾਰੋ। ਮਹਾਰਾਜ ਨੇ ਉਹਨਾਂ ਦੀ ਬਾਣੀ ਨਹੀਂ ਉਚਾਰੀ। ਮੇਰੇ ਕੋਲ ਸਮਾਂ ਨਹੀਂ, ਮੈਂ ਉਹ ਚਾਰੋਂ ਭਗਤਾਂ ਜਿਹੜੇ ਕਾਨਾ ਜੀ, ਪੀਲੂ, ਛੱਜੂ, ਸ਼ਾਹ ਹੁਸੈਨ, ਉਹਨਾਂ ਦੇ ਜਿਹੜੇ ਵਰਡ ਸੀ, ਮਹਾਰਾਜ ਕਹਿੰਦੇ ਸੁਣਾਓ ਬਾਣੀ। ਸਭ ਨੇ ਵਾਰੀ ਵਾਰੀ ਬਾਣੀ, ਓਈ ਰੇ ਮੈਂ ਓਈ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇ, ਖੋਜਦ ਖੋਜ ਨਾ ਕੋਈ ਰੇ। ਉਹ ਮਹਾਰਾਜ ਕਹਿੰਦੇ ਤੇਰੀ ਬਾਣੀ ਵਿੱਚ ਤੇ ਮੈਂ ਦੀ ਬਦਬੂ ਆ ਰਹੀ ਹੈ, ਇੱਥੇ ਮੈਂ ਦੀ ਤੇ ਜਗ੍ਹਾ ਹੀ ਨਹੀਂ ਹੈ। ਕਿਸੇ ਨੇ ਇਸਤਰੀ ਜਾਤ ਨੂੰ ਕਹਿਤਾ, ਕਿਸੇ ਨੇ ਜਨਮ ਮਰਨ ਨੂੰ ਕਹਿ ਦਿੱਤਾ, ਚਾਰਾਂ ਦੀ ਬਾਣੀ ਰਿਜੈਕਟ ਕਰ ਦਿੱਤੀ, ਕਿਉਂਕਿ ਇੱਥੇ ਸੱਚ ਦੀ ਹੈ। ਕਬੀਰ ਕਸੋਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਇੱਥੇ ਝੂਠ ਨੂੰ ਕੋਈ ਜਗ੍ਹਾ ਨਹੀਂ ਦਿੱਤੀ। ਕੂੜ ਬੋਲ ਮੁਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ। ਜੇ ਗੁਰੂ ਗ੍ਰੰਥ ਸਾਹਿਬ ਦੀ ਤੂੰ ਸਿੱਖਿਆ ਤੇ ਚੱਲ ਹੀ ਨਹੀਂ ਰਿਹਾ ਤੇ ਕੋਈ ਲਾਭ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਗੁਰਪੁਰਬ ਮਨਾਉਣੇ। ਮੈਂ ਆਪਣੇ ਮਤਲਬ ਦੇ ਸਬਜੈਕਟ ਕੱਢ ਲਏ ਤੇ ਜਿਹੜੇ ਅਸਲੀ ਸਬਜੈਕਟ ਸੀ ਉਹਨੂੰ ਛੋੜ ਦਿੱਤੇ, ਉਹਨੂੰ ਉਜਾਗਰ ਹੀ ਨਹੀਂ ਕੀਤਾ। ਦੇਖੋ, ਮੈਂ ਕੱਲ ਪਰਸੋਂ ਵੀ ਵੀਰ ਜੀ ਵਾਲੀ ਵਿਚਾਰ ਹੋ ਰਹੀ ਸੀ। ਸਾਡੀ ਹਿੰਦੁਸਤਾਨ, ਮੈਂ ਗੱਲ ਕਹਿ ਕੇ ਸਮਾਪਤੀ ਕਰਾਂ, ਗੱਲ ਅੱਗੇ ਨਿਕਲ ਜਾਏਗੀ। ਹਿੰਦੁਸਤਾਨ ਦੀ ਪਰੰਪਰਾ ਸੀ, ਪਹਿਲਾਂ ਜਿਹੜਾ ਕੋਈ ਧਾਰਮਿਕ ਪੁਰਸ਼ ਮਿਲਦਾ ਸੀ ਨਾ ਆਪਸ ਵਿੱਚ, ਸਭ ਤੋਂ ਪਹਿਲਾਂ ਪਤਾ ਕੀ ਪੁੱਛਦਾ ਸੀ? ਤੇਰਾ ਗੁਰੂ ਕਿਹੜਾ ਹੈ। ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੋਏਗਾ। ਉਹ ਇਹ ਨਹੀਂ ਪੁੱਛਦੇ ਤੇਰਾ ਕਾਰੋਬਾਰ ਕਿਤਨਾ ਹੈ, ਤੇਰੇ ਬੱਚੇ ਕਿਸ ਤਰ੍ਹਾਂ ਨੇ। ਅਸੀਂ ਪੁੱਛਨੇ ਆ ਨਾ, ਹਾਊ ਆਰ ਯੂ, ਇੰਗਲਿਸ਼ ਦੇ ਵਰਡ ਪੁੱਛੀਦੇ ਨਾ, ਹਾਏ। ਉਸ ਵੇਲੇ ਨਹੀਂ ਪੁੱਛਦੇ ਸਨ, ਉਸ ਵੇਲੇ ਪੁੱਛਦੇ ਸਨ ਤੇਰਾ ਗੁਰੂ ਕਿਹੜਾ ਹੈ। ਇਹ ਐਗਜ਼ਾਮਪਲ ਵੀ ਹੈ। ਜਦੋਂ ਵੈਸ਼ਨੋ ਸਾਧ ਦੇ ਕੋਲ ਯਾਤਰਾ ਤੋਂ ਵਾਪਸ ਆ ਰਹੇ ਸੀ ਹਰਿਦੁਆਰ ਤੋਂ, ਗੁਰੂ ਅਮਰਦਾਸ ਸੱਚੇ ਪਿਤਾ ਮਹਾਰਾਜ ਨੇ ਲੰਗਰ ਛਕਾ ਰਹੇ ਸਨ ਤੇ ਬੁਰਕੀ ਮੂੰਹ ਚ ਸੀ, ਤੇ ਸੁਭਾਵਕ ਹੀ ਵੈਸ਼ਨਵ ਭਗਤ ਨੇ ਪੁੱਛ ਲਿਆ, ਬਾਹਮਣ ਨੇ, ਪੰਡਿਤ ਜੀ ਕਹਿੰਦੇ ਨੇ ਅਮਰਦਾਸ ਤੇਰਾ ਗੁਰੂ ਕਿਹੜਾ ਹੈ? ਕਹਿੰਦੇ ਮੈਂ ਗੁਰੂ ਤੇ ਬਣਾਇਆ ਹੀ ਨਹੀਂ ਹੈ। ਉਹ ਬੁਰਕੀ ਵੀ ਕੱਢ ਦਿੱਤੀ ਤੇ ਥਾਲੀ ਪਿੱਛੇ ਕਰ ਦਿੱਤੀ। ਕਹਿੰਦੇ ਤੂੰ ਨਿਗੂਰੇ? ਮਾਰੇ ਕਹਿੰਦੇ ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨਿਗੂਰੇ ਕਾ ਹੈ ਨਾਉ ਬੁਰਾ। ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ, ਮੈਨੂੰ ਗੁੱਸਾ ਨਾ ਕਰਨਾ। ਕਹਿੰਦੇ ਨੇ ਜੇ ਅਗਰ ਨਿਗੂਰੇ ਦਾ ਨਾਮ ਲੈਣਾ ਵੀ ਬੁਰਾ ਹੈ, ਉਹਨੇ ਕਿਹਾ ਮੇਰਾ ਤੂੰ ਜਨਮ ਭ੍ਰਸ਼ਟ ਕਰ ਦਿੱਤਾ ਹੈ ਅਮਰਦਾਸ। ਤੇ ਅਮਰਦਾਸ ਜੀ ਮੱਥੇ ਤੇ ਹੱਥ ਰੱਖ ਕੇ ਬਹਿ ਗਏ, ਇਹ ਮਨਾ ਐਵੇਂ ਯਾਤਰਾਵਾਂ ਕਰਦਾ ਰਿਹਾ ਬਿਨਾਂ ਗੁਰੂ ਧਾਰਨ ਕੀਤੇ ਹੀ। ਦੇਖੋ ਕਿੰਨੀ ਲਾਹਨਤ ਪਾਈਏ। ਸੰਸਕ੍ਰਿਤ ਦੇ ਸ਼ਲੋਕ ਪੜੋ, ਗੁਰਮੰਤਰ ਕਿਹਦੇ ਕੋਲ ਮਿਲਣਾ ਹੈ? ਪੰਜ ਪਿਆਰਿਆਂ ਕੋਲੋਂ। ਗੁਰਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੇ। ਉਹਨਾਂ ਦਾ ਜਨਮ ਭ੍ਰਸ਼ਟ ਹੈ। ਮੈਂ ਕਹਿੰਦਾ ਮੈਂ ਜਿਤਨੀ ਮਰਜ਼ੀ ਬਾਣੀ ਪੜ ਲਾਂ, ਜਿੰਨੀ ਮਰਜ਼ੀ ਸੇਵਾ ਕਰ ਲਾਂ, ਜੇ ਮੈਂ ਪੰਜ ਆਪਣੇ ਸਰੀਰ ਤੇ ਕਕਾਰ ਨਹੀਂ ਪਾਏ ਨਾ, ਗੁਰਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨੇ। ਕੂਕਰੇ ਸੂਕਰੇ ਗਰਦਬੇ, ਕਾਕੇ ਸਰਪ ਨੇ ਤੁਲ ਖਲੇ। ਉਹ ਕੂਕਰ ਵੀ ਹੈ, ਸੂਰ ਵੀ ਹੈ, ਕੁੱਤਾ ਵੀ ਹੈ, ਕਾਂ ਵੀ ਹੈ। ਗੁਰੂ ਸਾਹਿਬ ਦੇਖੋ ਕਿਤਨੀ ਤਾੜਨਾ ਕਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਤੇ ਫਿਲਾਸਫੀ ਇਹੋ ਕਹਿੰਦੀ ਹੈ, ਭਾਈ ਸਭ ਤੋਂ ਪਹਿਲਾਂ ਗੁਰੂ ਧਾਰਨ ਕਰ, ਗੁਰੂ ਵਾਲਾ ਬਣ, ਤੇ ਪ੍ਰਕਾਸ਼ ਦਿਹਾੜੇ ਤਾਂ ਮਨਾਏ ਸਫਲੇ ਨੇ। ਦੇਖੋ ਮੈਂ ਗੁਰੂ ਘਰ ਦਾ ਕੂਕਰ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੀ ਜੇਵਰੀ ਜੈ ਕਿਛੇ ਤੇ ਜਾਓ। ਮੈਂ ਰੱਬ ਦੇ ਘਰ ਦਾ ਕੁੱਤਾ ਵਾਂ, ਕੂਕਰ ਹਾਂ। ਮੈਂ ਤੇ ਭੌਂਕਣਾ ਹੀ ਹੈ, ਇੱਥੇ ਨਹੀਂ ਤੇ ਕਿਤੇ ਹੋਰ ਭੌਂਕਣਾ ਹੈ, ਜਿੱਥੇ ਸਟੇਜ ਤੇ ਵੀ ਭੌਂਕਣਾ ਹੀ ਹੈ, ਕਿਉਂਕਿ ਮੇਰਾ ਕੰਮ ਹੈ। ਮੈਨੂੰ ਪ੍ਰਚਾਰਕ ਗੁਰੂ ਨੇ ਸੇਵਾ ਲਾਈ ਹੈ। ਤੇ ਜੇ ਮੈਂ ਆਪਣੇ ਹੀ ਟਰੈਕ ਤੇ ਬੈਠ ਕੇ ਗੁਰੂ ਦੀ ਗੱਲ ਨਹੀਂ ਕਰਾਂਗਾ ਤੇ ਮੈਂ ਹੋਰ ਕੋਈ ਉੱਥੇ ਪਾਰਟੀਆਂ ਦੇ ਉੱਤੇ ਜਾ ਕੇ ਕਰਾਂਗਾ। ਤੇ ਗੁਰੂ ਵਾਲੇ ਬਣੋ, ਪ੍ਰਕਾਸ਼ ਦਿਹਾੜੇ ਤਾਂ ਮਨਾਏ ਸਫਲੇ ਨੇ। ਗੁਰੂ ਸਾਡੀ ਦੇਖੋ, ਮੈਂ ਅਕਸਰ ਬੇਨਤੀ ਕਰਨਾ, ਮੇਰੇ ਗੱਲ ਵਿੱਚ ਪਟਾ ਹੋਏਗਾ ਨਾ ਤੇ ਮੈਨੂੰ ਜਾਮ ਨਹੀਂ ਲਿਜਾ ਸਕਦੇ। ਜਿਸ ਕੁੱਤੇ ਦੇ ਗਲ ਦੇ ਵਿੱਚ ਪਟਾ ਹੁੰਦਾ ਨਾ, ਮੁਨਸਿਪਲ ਕਾਰਪੋਰੇਸ਼ਨ ਵਾਲੇ ਉਹਨੂੰ ਨਹੀਂ ਫੜ ਕੇ ਲੈ ਕੇ ਜਾਂਦੇ। ਕਿਉਂ?
ਉਹਨਾਂ ਨੂੰ ਪਤਾ ਹੁੰਦਾ ਹੈ ਇਹਦਾ ਕੋਈ ਮਾਲਕ ਹੈ, ਇਹ ਪਾਲਤੂ ਕੁੱਤਾ ਹੈ, ਅਸੀਂ ਗੁਰੂ ਘਰ ਦੇ ਪਾਲਤੂ ਕੁੱਤੇ ਬਣਨਾ ਹੈ। ਤੇ ਜੇ ਸਾਡੇ ਗੱਲ ਵਿੱਚ ਇਹ ਪੰਜ ਕਕਾਰ ਨਹੀਂ ਨੇ ਨਾ, ਤੇ ਕਦੀ ਵੀ ਸਾਨੂੰ ਜੰਮ ਲਿਜਾ ਸਕਦੇ ਨੇ। ਮੈਨੂੰ ਖਿਮਾ ਕਰਦੇ ਨਾ, ਕੋਲੇ ਬਚਨ ਨੇ, ਮੈਂ ਹੋਰ ਗੁਰਬਾਣੀ ਦੇ ਬੜੇ ਉਦਾਹਰਨ ਨੇ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ। ਸੋ ਇਹੀ ਅਸੀਂ ਅੱਜ ਗੁਰੂ ਤੋਂ ਸਿੱਖਿਆ ਲਈਏ ਕਿ ਗੁਰੂ ਦੇ ਜਿਹੜੇ ਅਸੀਂ ਟਰੈਕ ਤੇ ਚੱਲ ਰਹੇ ਹਾਂ, ਉਸ ਗੁਰੂ ਦਾ ਉਪਦੇਸ਼ ਵੀ, ਸਤਿਗੁਰੂ ਦਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਉਹ ਸੁਣ, ਉਹ ਆਪਣੇ ਨਾਲ ਰੱਖ। ਤੇ ਗੁਰੂ ਸਾਹਿਬ ਕਹਿੰਦੇ ਨੇ, ਫਿਰ ਜੇ ਤੂੰ ਮੇਰਾ ਉਪਦੇਸ਼ ਸੁਣਿਆ ਹੈ, ਤੂੰ ਮੇਰੇ ਕੇ ਅਨੁਸਾਰ ਚੱਲਿਆ ਹੈ, ਤੇ ਮੈਂ ਤੇਰੀ ਹਰ ਜਗ੍ਹਾ ਤੇ ਮਦਦ ਕਰਾਂਗਾ। ਭਾਵੇਂ ਤੂੰ ਕਿੱਥੇ ਵੀ ਹੋਏਗਾ, ਭਾਵੇਂ ਵਰਲਡ ਦੇ ਕਿਸੇ ਕੋਨੇ 'ਚ ਬੈਠਾ ਹੋਏਗਾ, ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਈ। ਤਾਂ ਗੁਰੂ ਦੇ ਪ੍ਰਕਾਸ਼ ਦਿਹਾੜੇ ਦੀਆਂ, ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ, ਗੁਰੂ ਗ੍ਰੰਥ ਸਾਹਿਬ ਦੇ 3 ਗੁਰਪੁਰਬ ਅਸੀਂ 2 ਮਨਾਉਂਦੇ ਹਾਂ, ਤੀਜਾ ਨਹੀਂ ਮਨਾਉਂਦੇ। ਪਹਿਲਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼, ਦੂਜਾ ਗੁਰਤਾ ਦਿਵਸ। ਸਾਰੇ ਗੁਰੂ ਸਾਹਿਬ ਦੇ ਅਸੀਂ ਪ੍ਰਕਾਸ਼ ਦਿਹਾੜੇ ਮਨਾਈਦੇ ਨੇ, ਗੁਰਤਾ ਦਿਵਸ ਬਣਾਈਦੇ ਨੇ, ਤੇ ਜੋਤੀ ਜੋਤ ਸਮਾਨ ਦੇ 3 ਪੁਰਬ ਮਨਾਉਂਦੇ ਹਾਂ। ਪਰ ਗੁਰੂ ਸਾਹਿਬ ਦੇ 2 ਹੀ ਪੁਰਬ ਮਨਾਈਦੇ ਨੇ। ਇਹ ਜੋਤੀ ਜੋਤ ਸਮਾਨ ਦਾ ਪੁਰਬ ਨਹੀਂ ਮਨਾਈਦਾ, ਕਿਉਂਕਿ ਉਹ ਜਾਗਤੀ ਜੋਤ ਹੈ, ਉਹ ਸਦਾ ਹੀ ਰਹਿਣ ਵਾਲਾ ਹੈ, ਕਿਉਂਕਿ ਗੁਰੂ ਸ਼ਬਦ ਹੈ ਤੇ ਸ਼ਬਦ ਕਦੀ ਮਰਦਾ ਨਹੀਂ ਹੈ। ਅਸੀਂ ਉਸ ਗੁਰੂ ਦੇ ਲੜ ਲੱਗੇ ਹਨ। ਕਹਿੰਦੇ ਜੋ ਪ੍ਰਭ ਕੋ ਮਿਲ ਬੋਝ ਹੈ, ਖੋ ਸ਼ਬਦ ਮਿਲੇ। ਮਹਾਰਾਜ ਕਹਿੰਦੇ ਨੇ, ਜਿਹਨੇ ਰੱਬ ਨੂੰ ਲੱਭਣਾ ਹੈ, ਉਹ ਇਸ ਸ਼ਬਦ ਦੇ ਵਿੱਚ ਲੱਭੋ, ਤੁਹਾਨੂੰ ਰੱਬ ਮਿਲ ਜਾਏਗਾ। ਉਹ ਫਿਰ ਤੁਹਾਨੂੰ ਗੁਰੂ ਧਾਰਨ ਕਰਨਾ ਪਏਗਾ, ਕਿਉਂਕਿ ਗੁਰੂ ਤੋਂ ਬਿਨਾਂ ਰੱਬ ਕੋਲ ਅਸੀਂ ਪਹੁੰਚ ਨਹੀਂ ਸਕਦੇ। ਇਹ ਸਾਡੇ ਕੋਲ ਇੱਕ ਸੌਖਾ ਰਸਤਾ ਗੁਰੂ ਨੇ, ਪਰਮਾਤਮਾ ਨੇ ਦਿੱਤਾ ਹੈ। ਜਿਸ ਦਾ ਗ੍ਰਹਿ ਤਿਨ ਦੀਆ ਤਾਲਾ, ਪੂੰਜੀ ਗੁਰ ਸੋ ਪਾਈ, ਅਨ ਕੁਪਾਵ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਉਸ ਪਰਮਾਤਮਾ ਨੇ ਤਾਲੇ ਦੇ ਘਰ ਦੀ ਆਪਣੀ ਚਾਬੀ ਗੁਰੂ ਨੂੰ ਸੌਂਪ ਦਿੱਤੀ ਹੈ। ਅਸੀਂ ਗੁਰੂ ਕੋਲ ਆ ਕੇ, ਗੁਰੂ ਵਾਲੇ ਬਣ ਕੇ, ਉਹ ਚਾਬੀ ਲੈ ਕੇ ਉਸ ਪਰਮਾਤਮਾ ਦੇ ਘਰ ਦਾ ਦਰ ਖੋਲੀਏ, ਪਰਮਾਤਮਾ ਦੇ ਘਰ ਜਾਈਏ, ਜਿੱਥੇ ਸਾਨੂੰ ਫਿਰ ਆਉਣ ਜਾਣ ਦਾ ਗੇੜ ਮੁੱਕ ਜਾਏਗਾ। ਨਹੀਂ ਤੇ ਫਿਰ ਅਸੀਂ ਆਪਣੀਆਂ ਸਿਆਣਪਾਂ ਲਿਆ ਕੇ ਜਨਮ ਮਰਨ ਦੇ ਗੇੜਾਂ ਵਿੱਚ ਪਏ ਰਵਾਂਗੇ। ਸੋ ਅੱਜ ਦੇ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਸਾਰਿਆਂ ਨੂੰ ਤਹਿ ਦਿਲ ਤੋਂ ਵਧਾਈਆਂ। ਦਾਸ ਕਾਫੀ ਸਮੇਂ ਤੋਂ ਸੇਵਾ ਚੱਲ ਰਹੀ ਸੀ, ਵੀਰ ਜੀ ਵੱਲੋਂ ਹੁਕਮ ਹੋਇਆ ਕਿ ਅੱਜ ਕੁਦਰਤੀ ਮਹਾਰਾਜ ਨੇ ਕੁਝ ਸੁਭਾਅ ਵੀ ਐਸਾ ਬਣਾ ਦਿੱਤਾ, ਜਿਸ ਤਰ੍ਹਾਂ ਇੱਥੇ ਹੀ ਸੇਵਾ ਲੈਣ, ਮਤਾ ਕਰੇ ਪश्चिम की ताई पूरब ही ले जात है। ਮਹਾਰਾਜ ਨੇ ਇੱਥੇ ਸੇਵਾ ਲਈ ਹੈ। ਮੈਂ ਸਮਝਣਾ ਇੱਕ ਨਹੀਂ, ਮੇਰੇ ਕੋਲੋਂ ਜਜ਼ਬਾਤੀ ਹੋ ਕੇ ਅਨੇਕਾਂ ਹੀ ਭੁੱਲਾਂ ਹੋ ਗਈਆਂ ਨੇ। ਇਹ ਮੈਂ ਐਕਸੈਪਟ ਕਰਨਾ ਵਾ, ਕਿਉਂਕਿ ਮੇਰੇ 'ਚ ਹੈ ਹੀ ਭੁੱਲਾਂ ਬਹੁਤ ਨੇ। ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹ ਗੁਰੂ ਤੇ ਪਰਮਾਤਮਾ ਨਹੀਂ ਭੁੱਲਦਾ, ਬਾਕੀ ਅਸੀਂ ਸਾਰੇ ਭੁੱਲਣ ਵਾਲੇ ਜੀਵ ਹਾਂ। ਔਰ ਮੇਰੇ ਕੋਲ ਇੱਕ ਨਹੀਂ, ਅਨੇਕਾਂ ਭੁੱਲਾਂ ਹੋਈਆਂ ਨੇ, ਉਹ ਮੇਰੀਆਂ ਨੇ। ਜੇ ਬਚਨ ਗੁਰੂ ਦਾ ਕੋਈ ਅਸੀਂ ਜ਼ਹਿਨ ਵਿੱਚ ਪਾਇਆ ਹੈ, ਉਹ ਗੁਰੂ ਦੇ ਹੀ ਬਚਨ ਨੇ, ਉਹਨੂੰ ਹਿਰਦੇ 'ਚ ਵਸਾਓ। ਮੇਰੀ ਗਲਤੀ, ਮੇਰਾ ਉਗਣ ਮੇਰੀ ਝੋਲੀ ਵਿੱਚ ਵਾਪਸ ਕਰ ਦੋ। ਇਹ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਹੈ। ਇਤਨੀ ਸੇਵਾ ਪ੍ਰਵਾਨ ਕਰਨੀ ਸਾਰੇ ਸਤ ਸੰਗੀ ਜਨਾਂ ਦਾ, ਖਾਸ ਤੌਰ ਤੇ ਵੀਰ ਜਗਜੀਤ ਸਿੰਘ ਜੀ ਆਨੰਦ ਤੇ ਹੋਰ ਤਮਾਮ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਸਮਾਂ ਜ਼ਿਆਦਾ ਮੈਂ ਵੇਖ ਰਿਹਾ, 1 ਘੰਟਾ 3 ਮਿੰਟ ਹੋ ਗਏ ਹਨ, ਪਰ ਮੈਂ ਗੁਰੂ ਦੇ ਪਿਆਰ ਹੀ ਬੈਠਾ। ਮੈਂ ਕਹਿੰਦਾ ਬੇਸ਼ੱਕ ਤੁਸੀਂ ਭਾਵੇਂ ਮੈਨੂੰ ਮਹੀਨੇ ਡੇਢ ਹੀ ਚਵਾਰੀ ਦੋ, ਮੈਨੂੰ ਕੋਈ ਨਹੀਂ, ਪਰ ਜਦੋਂ ਮੈਂ ਗੁਰੂ ਦੀ ਗੱਲ ਕਰਨਾ, ਮੈਨੂੰ ਖੁਦ ਵੀ ਸਮੇਂ ਦਾ ਨਹੀਂ ਪਤਾ ਲੱਗਦਾ। ਸੋ ਮੇਰੀ ਇਤਨੀ ਬੇਨਤੀ ਪ੍ਰਵਾਨ ਕਰਨੀ, ਮੇਰੀਆਂ ਭੁੱਲਾਂ ਨਾ ਤੁਸੀਂ ਚਿਤਾਰਨੀਆਂ, ਮੈਨੂੰ ਅਸੀਸ ਬਖਸ਼ੋ ਕਿ ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।